ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗਿਆਨ ਹੈ ਮਾਨਿਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਚ ਬੇਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਧि ਚੰਦ ਕੋ ਲੇਕਰ ਸੰਗ, ਦੇਖੀ ਜਾਏ ਭੂਮਿਕਾ ਜੰਗ। ਤੁਰਕ ਸਹਸਰ ਚਤੁਰਦਸ ਮਰੇ, ਕੇਤਿਕ ਸਿੱਖ ਬੀਚ ਤਿਨ ਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਕਿਰਪਾਲੂ ਦਿਆਲੂ, ਬਖਸ਼ਿਸ਼ਾਂ ਮਿਹਰਾਮਤਾਂ ਦੇ ਸਾਗਰ, ਚਵਰ ਛਤਰ ਤਖਤ ਦੇ ਮਾਲਕ, 10 ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜਹਰਾ ਜ਼ਹੂਰ ਅਕਾਲ ਪੁਰਖ ਜੋਤ, ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਧਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਸਰਬੰਸਦਾਨੀ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਮਹਾਨ ਪਵਿੱਤਰ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਨ 'ਤੇ ਮਾਲਕ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀਓ। ਆਓ ਸਾਹਿਬ ਜੀ ਦੀਆਂ ਮਿਹਰਾਮਤਾਂ ਬਖਸ਼ਿਸ਼ਾਂ ਦੇ ਸਦਕਾ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਾਵਨ ਜੀਵਨ ਬਿਰਤਾਂਤ ਜੋ ਲੜੀਵਾਰ ਰੂਪ ਅੰਦਰ ਸਰਵਣ ਕਰ ਰਹੇ ਹਾਂ, ਹਜ਼ੂਰ ਜੀ ਦੀਆਂ ਅਗੰਮੀਆਂ ਖੇਡਾਂ ਕੌਤਕ ਜੋ ਸਰਵਣ ਕਰ ਰਹੇ ਹਾਂ। ਕਈ ਰੋਜ਼ ਤੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਜੀ ਦੀ ਜੋ ਪਾਵਨ ਜੰਗ ਜੋ ਲੜੀਵਾਰ ਰੂਪ ਅੰਦਰ ਪ੍ਰਾਰੰਭ ਹੋਈ ਹੈ, ਜਿਸ ਦੇ ਅੰਦਰ ਅਬਦੁੱਲਾ ਖਾਂ ਵਰਗੇ ਵੱਡੇ ਵੱਡੇ ਜਰਨੈਲ ਜਿਹੜੇ ਹਨ ਮਾਰੇ ਗਏ, ਜਿਸ ਦੇ ਅੰਦਰ ਇੱਕ ਤੋਂ ਇੱਕ ਸੂਰਮਾ ਜਿਹੜਾ ਸੀ ਉਹਨੇ ਆਪਣੇ ਪ੍ਰਾਣਾਂ ਨੂੰ ਭੇਟ ਕਰ ਦਿੱਤਾ। ਪ੍ਰਾਰੰਭ ਹੋਏ ਇਸ ਇਤਿਹਾਸ ਦੀ ਲੜੀ ਦੇ ਦਰਮਿਆਨ ਕੱਲ੍ਹ ਸਰਵਣ ਕੀਤਾ ਹੈ, ਹਜ਼ੂਰ ਗੁਰੂ ਹਰਗੋਬਿੰਦ ਮਹਾਰਾਜ ਜੀ ਜਦੋਂ ਆਪ ਇਸ ਜੰਗ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਨ, ਕਈ ਸੂਰਮੇ ਸਤਿਗੁਰਾਂ ਜੀ ਦੇ ਮੁਬਾਰਕ ਤੀਰਾਂ ਦੇ ਨਾਲ ਆਪਣੇ ਪ੍ਰਾਣ ਜਿਹੜੇ ਭੇਟ ਕਰ ਗਏ। ਕਈ ਸਤਿਗੁਰਾਂ ਦੇ ਨਿਸ਼ਾਨੇ ਦੇ ਸਾਹਮਣੇ ਆ ਕੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ ਕੁਰਬਾਨ ਕਰ ਗਏ ਹਨ। ਹੁਣ ਬਹੁਤ ਵੱਡਾ ਸੂਰਮਾ ਜਿਹੜਾ ਹੈ ਅਬਦੁੱਲ ਖਾਨ, ਜਿਹਨੂੰ ਅਬਦੁੱਲਾ ਖਾਂ ਵੀ ਇਤਿਹਾਸ ਨੇ ਕਿਤੇ ਕਿਤੇ ਵਰਣਨ ਕੀਤਾ ਹੈ, ਹਜ਼ੂਰ ਪਾਤਸ਼ਾਹ ਜੀ ਦੇ ਸਾਹਮਣੇ ਆਮਣੇ ਸਾਹਮਣੇ ਦੀ ਜੰਗ ਪ੍ਰਾਰੰਭ ਹੋਈ। ਇਹਦੇ ਨਾਲ ਕਾਫੀ ਸਮਾਂ ਇੱਕ ਦੂਜੇ 'ਤੇ ਵਾਰ ਕਰਨ ਦਾ ਜਿਹੜਾ ਹੈ ਉਹਨੂੰ ਨਿਹਾਰਿਆ ਗਿਆ ਹੈ। ਹਜ਼ੂਰ ਪਾਤਸ਼ਾਹ ਜੀ ਵੀ ਆਪਣਾ ਘੋੜਾ ਇੱਧਰ ਉੱਧਰ ਘੁਮਾ ਰਹੇ ਨੇ, ਇਹ ਵੀ ਆਪਣਾ ਘੋੜਾ ਇੱਧਰ ਉੱਧਰ ਘੁਮਾ ਰਹੇ ਨੇ। ਇਸ ਤੋਂ ਪਹਿਲਾਂ ਵੀ ਕੁਝ ਵਾਰ ਕੀਤੇ ਗਏ ਨੇ, ਪਰ ਹੁਣ ਜਿਹੜਾ ਵਾਰ ਹੋਣ ਲੱਗਾ ਹੈ, ਹਜ਼ੂਰ ਪਾਤਸ਼ਾਹ ਨੇ ਇੱਕਦਮ ਇਹਦੇ ਪੈਰਾਂ ਵਾਲੇ ਪਾਸੇ ਵਾਰ ਕੀਤਾ ਹੈ। ਅਤੇ ਜਿਵੇਂ ਹੀ ਪੈਰਾਂ ਵਾਲੇ ਪਾਸੇ ਵਾਰ ਕੀਤਾ ਹੈ,
ਇਹਨੂੰ ਲੱਗਾ ਕਿ ਅਗਲਾ ਵਾਰ ਵੀ ਜਿਹੜਾ ਹੈ ਉਹ ਮੇਰੇ ਪੈਰਾਂ 'ਤੇ ਕੀਤਾ ਜਾਏਗਾ। ਇਹ ਝੁਕ ਕੇ ਥੱਲੇ ਨੂੰ ਹੋਇਆ ਵਾਰ ਅਗਲਾ ਰੋਕਣ ਦੇ ਵਾਸਤੇ, ਆਪਣੀ ਸੁਰੱਖਿਆ ਦੇ ਵਾਸਤੇ। ਇੰਨੀ ਦੇਰ ਨੂੰ ਹਜ਼ੂਰ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਜ਼ੋਰ ਦੇ ਨਾਲ ਤਲਵਾਰ ਦਾ ਵਾਰ ਕੀਤਾ ਅਤੇ ਇਹਦੀ ਧੌਣ ਜਿਹੜੀ ਹੈ ਉਹ ਧੜ ਤੋਂ ਜੁਦਾ ਕਰਕੇ ਰੱਖ ਦਿੱਤੀ ਹੈ। ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਜੰਗ ਜਿੱਤ ਗਏ, ਜੰਗ ਦੀ ਫਤਿਹ ਦੇ ਜ਼ਕਾਰੇ ਗਜਾ ਦਿੱਤੇ ਨੇ। ਸਾਰੀਆਂ ਫੌਜਾਂ ਦੇ ਵਿੱਚ ਹਫੜਾ ਦਫੜੀ ਮੱਚੀ ਹੈ। ਇੱਧਰ ਕਰਮਚੰਦ ਜਿਹੜਾ ਸੀ, ਜਿਹੜਾ ਕਾਫੀ ਫੱਟੜ ਹੋ ਕਰਕੇ ਡਿੱਗਾ ਹੋਇਆ, ਇਹਦੇ ਕੰਨੀ ਜਦੋਂ ਇਹ ਆਵਾਜ਼ ਪੈਂਦੀ ਹੈ ਕਿ ਇਹ ਤਾਂ ਜੰਗ ਜਿੱਤ ਗਏ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਬਦੁੱਲ ਖਾਨ ਜਿਹੜਾ ਉਹ ਮਾਰਿਆ ਗਿਆ। ਇਹਨੇ ਫਿਰ ਕਰਮਚੰਦ ਨੇ ਹਜ਼ੂਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਫਿਰ ਲਲਕਾਰਿਆ ਹੈ ਅਤੇ ਪਾਤਸ਼ਾਹ ਜੀ ਬੜੇ ਰੋਹ ਦੇ ਵਿੱਚ ਆ ਕਰਕੇ, ਜੋਸ਼ ਵਿੱਚ ਆ ਕੇ ਕਹਿੰਦੇ ਨੇ ਕਿ ਤੂੰ ਹਾਲੇ ਇੱਥੇ ਹੀ ਫਿਰਦਾ, ਤੇਰੇ ਸਾਥੀ ਜਿਹੜੇ ਨੇ ਉਹ ਤੇ ਪਰਲੋਕ ਸਿਧਾਰ ਗਏ ਨੇ, ਤੂੰ ਹਾਲੇ ਉਹਨਾਂ ਦੇ ਨਾਲ ਗਿਆ ਕਿਉਂ ਨਹੀਂ ਹੈ? ਹਾਲੇ ਤੱਕ ਤੂੰ ਇਸ ਧਰਤੀ 'ਤੇ ਕੀ ਕਰ ਰਿਹਾ? ਬਸ ਇਸ ਤਰ੍ਹਾਂ ਕਹਿੰਦਿਆਂ ਹੋਇਆਂ ਹਜ਼ੂਰ ਪਾਤਸ਼ਾਹ ਜੀ ਨੇ ਵਾਰ ਕੀਤਾ ਅਤੇ ਕਰਮਚੰਦ ਜਿਹੜਾ ਹੈ ਇਹ ਵੀ ਧਰਤੀ 'ਤੇ ਡਿੱਗ ਪਿਆ ਹੈ। ਹੁਣ ਕਰਮਚੰਦ ਵੀ ਧਰਤੀ 'ਤੇ ਡਿੱਗਿਆ, ਅਬਦੁੱਲ ਖਾਂ ਵੀ ਮਰਿਆ ਹੈ, ਫਿਰ ਰਤਨ ਚੰਦ ਵੀ ਮਰਿਆ ਪਿਆ। ਇਹ ਤਿੰਨੇ ਜਿਹੜੇ ਨੇ ਇਹਨਾਂ ਦੇ ਕੋਲ ਹਜ਼ੂਰ ਗੁਰੂ ਹਰਗੋਬਿੰਦ ਮਹਾਰਾਜ ਜੀ ਆਪ ਉੱਚੀ ਥਾਂ 'ਤੇ ਬਹਿ ਗਏ ਹਨ। ਇੰਝ ਕਹਿ ਲਓ ਹਜ਼ੂਰ ਪਾਤਸ਼ਾਹ ਜੀ ਕੁਝ ਸਾਹ ਲੈਣ ਲੱਗੇ ਨੇ, ਕੁਝ ਦਮ ਲੈਣ ਲੱਗੇ ਨੇ। ਇੱਧਰ ਲਾਂਗਰੀ ਸਿੰਘ ਨੂੰ ਫਿਕਰ ਹੋਇਆ, ਸੰਧਿਆ ਦਾ ਸਮਾਂ ਹੋ ਗਿਆ, ਨਾ ਹਜ਼ੂਰ ਪਾਤਸ਼ਾਹ ਜੀ ਵਾਪਸ ਆਏ ਨੇ, ਸੂਰਜ ਢਲ ਚੁੱਕਾ ਹੈ। ਉਹਨੇ 2 ਸਿੱਖ ਭੇਜੇ ਨੇ, ਉਹ ਮਸ਼ਾਲਾਂ ਲੈ ਕੇ ਜਿਵੇਂ ਹੀ ਮੈਦਾਨੇ ਜੰਗ ਵਿੱਚ ਖੋਜ ਕਰਨ ਲੱਗੇ, ਭਾਈ ਬਿਧੀ ਚੰਦ ਨੇ ਉਹਦੀਆਂ ਮਸ਼ਾਲਾਂ ਦੇਖੀਆਂ, ਦਾਸਤਾਂ ਪੁੱਛੀ ਕਿ ਸਤਿਗੁਰੂ ਪਾਤਸ਼ਾਹ ਜੀ ਹਲੇ ਤੱਕ ਵਾਪਸ ਨਹੀਂ ਆਏ। ਸਿੱਖ ਆਪਸ 'ਚ ਗੱਲਾਂ ਕਰਨ ਲੱਗੇ। ਹਜ਼ੂਰ ਪਾਤਸ਼ਾਹ ਜੀ ਦੀ ਖੋਜ ਪ੍ਰਾਰੰਭ ਹੋਈ। ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ, ਕਈ ਤਰ੍ਹਾਂ ਦੇ ਵਲਵਲੇ ਉੱਠਦੇ ਨੇ, ਪਰ ਗੁਰੂ ਰਾਖਾ ਹੋਇਆ ਕਿ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਤੱਕ ਪਹੁੰਚ ਗਏ ਹਨ। ਜਾ ਕੇ ਹਜ਼ੂਰ ਪਾਤਸ਼ਾਹ ਨਾਲ ਦਾਸਤਾਂ ਸਾਂਝੀ ਕੀਤੀ ਹੈ, ਆਪਣਾ ਅੰਦਰ ਦਾ ਵੈਰਾਗ ਨੇਤਰਾਂ 'ਚੋਂ ਜੋ ਛਲਕਦਾ ਸੀ ਹਜ਼ੂਰ ਨਾਲ ਸਾਂਝਾ ਕੀਤਾ ਹੈ। ਪਰ ਹਜ਼ੂਰ ਪਾਤਸ਼ਾਹ ਜੀ ਨੇ ਇੰਨੇ ਹੀ ਵਚਨ ਕਹੇ ਕਿ ਹੁਣ ਵਾਪਸ ਚੱਲਦੇ ਹਾਂ, ਅੱਗੇ ਕੀ ਕਰਨਾ, ਕੀ ਹੋਵੇਗਾ ਉਹ ਕੱਲ੍ਹ ਨੂੰ ਦੱਸਾਂਗੇ। ਸੋ ਅਸੀਂ ਜਿਸ ਮਕਸਦ ਦੇ ਵਾਸਤੇ ਆਏ ਸੀ ਸੋ ਪੂਰਾ ਹੋਇਆ। ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਵਾਪਸ ਆ ਗਏ ਨੇ, ਭਾਈ ਬਿਧੀ ਚੰਦ ਜੀ ਵਾਪਸ ਆ ਗਏ ਨੇ। ਸਾਰਿਆਂ ਸਿੱਖਾਂ ਨੇ ਆ ਕਰਕੇ ਪ੍ਰਸ਼ਾਦ ਪਾਣੀ ਛਕਿਆ, ਆਰਾਮ ਕੀਤਾ। ਅੰਮ੍ਰਿਤ ਵੇਲਾ ਹੋਇਆ, ਹਜ਼ੂਰ ਪਾਤਸ਼ਾਹ ਜੀ ਵੀ ਅਤੇ ਸਾਰੇ ਸਿੱਖ ਉੱਠੇ ਨੇ, ਇਸ਼ਨਾਨ ਪਾਨ ਕੀਤੇ ਹਨ। ਫਿਰ ਹਜ਼ੂਰ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਆਪਣੇ ਸਵੈ ਸਰੂਪ ਦੇ ਅੰਦਰ, ਅਕਾਲ ਪੁਰਖ ਦੇ ਧਿਆਨ ਦੇ ਅੰਦਰ ਜੁੜ ਗਏ ਹਨ। ਸੋ ਇੱਥੋਂ ਤੱਕ ਕੱਲ੍ਹ ਆਪਾਂ ਸਰਵਣ ਕੀਤਾ ਹੈ। ਬੜੇ ਸਤਿਕਾਰ, ਬੜੇ ਪਿਆਰ, ਬੜੇ ਵਿਸਤਾਰ ਦੇ ਸਹਿਤ ਕੱਲ੍ਹ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਕੌਰੇ ਮਸਕੀਨ, ਤਿਨਾਂ ਨੇ ਬੜੇ ਖੁਲਾਸੇ ਵਿਸਤਾਰ ਦੇ ਸਹਿਤ ਇੱਥੋਂ ਤੱਕ ਗੁਰੂ ਕਾ ਪਾਵਨ ਇਤਿਹਾਸ ਸਰਵਣ ਕਰਵਾਇਆ ਹੈ। ਆਓ ਸਾਹਿਬ ਅੱਗੇ ਅਰਦਾਸ ਕਰੋ ਕਿ ਮਾਲਕ ਜੀ ਤਰਸ ਕਰਿਓ, ਸਾਨੂੰ ਵੀ ਕਹਿਣ ਸੁਣਨ ਵਾਲਿਆਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਸੰਸਾਰ ਭਰ 'ਚ ਬਹਿ ਕੇ ਜਿੱਥੇ ਕੋਈ ਸਰਵਣ ਕਰ ਰਿਹਾ ਹੈ ਪਿਆਰ ਸਹਿਤ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਿਧੀ ਚੰਦ ਕੋ ਲੈ ਕਰ ਸੰਗ। ਹੁਣ ਅਗਲੀ ਸਵੇਰ ਹੋਈ ਹੈ। ਹਜ਼ੂਰ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਸਜੇ। ਦੀਵਾਨ ਦਾ ਭਾਵ ਸਾਰਿਆਂ ਨੂੰ ਦਰਸ਼ਨ ਦੀਦਾਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ। ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਹੋਏ, ਨਿਤਨੇਮ ਕੀਤਾ, ਫਿਰ ਸਾਰੇ ਜਿਤਨੇ ਵੀ ਗੁਰੂ ਕੇ ਪਿਆਰੇ ਸਿੱਖ ਨੇ ਤੇ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦੇ ਨੇ। ਫਿਰ ਜਿਵੇਂ ਜਿਵੇਂ ਸੂਰਜ ਉਦੈ ਹੋ ਗਿਆ ਤਾਂ ਹਜ਼ੂਰ ਪਾਤਸ਼ਾਹ ਜੀ ਭਾਈ ਬਿਧੀ ਚੰਦ ਨੂੰ ਆਪਣੇ ਨਾਲ ਲੈ ਲਿਆ ਹੈ। ਦੇਖੀ ਜਾਏ ਭੂਮਿਕਾ ਜੰਗ। ਤੇ ਜਿਸ ਥਾਂ ਦੇ ਉੱਤੇ ਭਾਰੀ ਜੰਗ ਮੱਚਿਆ ਸੀ, ਕਿਉਂਕਿ ਹਜ਼ੂਰ ਪਾਤਸ਼ਾਹ ਜੀ ਆਪਣੇ ਤੰਬੂਆਂ ਵਿੱਚ ਆਏ ਹੋਏ ਨੇ, ਹੁਣ ਜਿਸ ਖੁੱਲ੍ਹੇ ਮੈਦਾਨ ਵਿੱਚ ਜੰਗ ਹੋਇਆ ਤੇ ਕਈ ਦਿਨਾਂ ਤੋਂ ਇਹ ਜੰਗ ਚੱਲ ਰਿਹਾ ਸੀ, ਅੱਜ ਸਾਹਿਬ ਪਾਤਸ਼ਾਹ ਜੀ ਹੁਣ ਉਸ ਥਾਂ ਨੂੰ ਨਿਹਾਰਨ ਦੇਖਣ ਵਾਸਤੇ ਗਏ ਹਨ। ਤੁਰਕ ਸਹਸਰ ਚਤੁਰਦਸ ਮਰੇ। ਜਿੱਥੇ 14,000 ਤੁਰਕ ਜਿਹੜੇ ਹਨ, ਚਤੁਰਦਸ 14,000 ਤੁਰਕ ਜਿਹੜੇ ਹਨ ਉਹ ਮੈਦਾਨੇ ਜੰਗ ਵਿੱਚ ਮਾਰੇ ਗਏ ਹਨ। ਕੇਤਿਕ ਸਿੱਖ ਵਿੱਚ ਤਿਨ ਪਰੇ। ਉਹਨਾਂ ਤੁਰਕਾਂ ਦੀਆਂ ਲੋਥਾਂ ਦੇ ਵਿੱਚ, ਉਹਨਾਂ ਮਰੇ ਸਰੀਰਾਂ ਦੇ ਵਿੱਚ ਬਹੁਤ ਗੁਰੂ ਕੇ ਸਿੱਖਾਂ ਦੇ ਸਰੀਰ ਵੀ ਜਿਹੜੇ ਸ਼ਹਾਦਤੇ ਜਾਮ ਪ੍ਰਾਪਤ ਕੀਤਾ ਜਿਨ੍ਹਾਂ ਨੇ,
ਉਹਨਾਂ ਗੁਰਸਿੱਖਾਂ ਦੇ ਸਰੀਰ ਵੀ ਪਏ ਹੋਏ ਹਨ। ਕਹਿ ਸਤ ਗੁਰ ਨੇ ਗਰਤ ਖਨਾਵਾ। ਹਜ਼ੂਰ ਪਾਤਸ਼ਾਹ ਜੀ ਨੇ ਜਦੋਂ ਇਹ ਸਾਰੇ ਪਾਸੇ ਸਰੀਰ ਹੀ ਸਰੀਰ ਪਏ ਦੇਖੇ, ਗੁਰੂ ਕੇ ਸਿੱਖਾਂ ਦੇ ਸਰੀਰ, ਤੁਰਕਾਂ ਦੇ ਸਰੀਰ, ਫਿਰ ਸਹਿਬ ਪਾਤਸ਼ਾਹ ਭਾਈ ਬਿਧੀ ਚੰਦ ਨੂੰ ਕਿਹਾ ਕਿ ਇੱਕ ਵੱਡਾ ਟੋਇਆ ਪੁੱਟਣਾ ਕਰੋ। ਅਬਦੁਲ ਖਾਨ ਉਠਾਏ ਪੁਆਵਾ। ਇਹ ਜਿਹੜਾ ਅਬਦੁਲ ਖਾਨ ਹੈ, ਇਹਨੂੰ ਸਹਿਬ ਪਾਤਸ਼ਾਹ ਜੀ ਕਹਿੰਦੇ ਉਠਾ ਕੇ ਚੁੱਕ ਕੇ ਉਸ ਟੋਏ ਦੇ ਵਿੱਚ ਇਹਨੂੰ ਦਫਨ ਕਰ ਦਿਓ, ਕਿਉਂਕਿ ਇਸਲਾਮ ਦੇ ਮੁਤਾਬਕ ਸੰਸਕਾਰ ਨਹੀਂ ਕੀਤਾ ਜਾਂਦਾ, ਦਫਨਾਇਆ ਜਾਂਦਾ ਹੈ। ਤਾਂ ਹਜ਼ੂਰ ਕਹਿੰਦੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਨ, ਸੋ ਸਹਿਬ ਪਾਤਸ਼ਾਹ ਕਹਿੰਦੇ ਟੋਇਆ ਪੁੱਟ ਕੇ ਇਹਨੂੰ ਦਫਨਾਇਆ ਜਾਵੇਗਾ। ਪੁਨ ਤਿਸ ਕੇ ਸੁਤ ਖੋਜ ਉਠਾਏ। ਤੇ ਫਿਰ ਜਦੋਂ ਹਜ਼ੂਰ ਨੇ ਸਾਰਾ ਹੁਕਮ ਕੀਤਾ, ਸਾਰੀ ਪ੍ਰਕਿਰਿਆ ਸ਼ੁਰੂ ਹੋ ਗਈ, ਟੋਇਆ ਵੱਡਾ ਪੁੱਟਿਆ ਗਿਆ ਕਬਰ ਰੂਪ ਦੇ ਅੰਦਰ, ਅਬਦੁਲ ਖਾਨ ਨੂੰ ਉਹਦੇ ਵਿੱਚ ਲਿਟਾਇਆ ਗਿਆ। ਫਿਰ ਉਹਦੇ ਦੋਵੇਂ ਪੁੱਤਰ ਜਿਹੜੇ ਸਨ ਉਹ ਵੀ ਨਾਲ ਚੁੱਕ ਕੇ ਉਹਦੇ ਨਾਲ ਲਿਟਾ ਦਿੱਤੇ ਹਨ। ਤਿਸੀ ਗਰਤ ਮਹਿ ਆਨ ਸੁਪਾਏ। ਤਿਸੀ ਗਰਤ ਮਹਿ ਭਾਵ ਉਸੇ ਟੋਏ ਦੇ ਵਿੱਚ, ਉਹਨਾਂ ਵਾਸਤੇ ਕੋਈ ਵੱਖਰਾ ਟੋਇਆ ਕਬਰ ਨਹੀਂ ਪੁੱਟੀ, ਉਸੇ ਕਬਰ ਉਸੇ ਟੋਏ ਦੇ ਵਿੱਚ ਉਹਨਾਂ ਨੂੰ ਵੀ ਲਿਟਾ ਦਿੱਤਾ ਗਿਆ। ਪੁਨ ਪੰਚੋ ਸਰਦਾਰ ਅਨਾਏ। ਫਿਰ ਜਿਹੜੇ ਇਸ ਫੌਜ ਦੇ 5 ਵੱਡੇ ਜਰਨੈਲ ਸਰਦਾਰ ਸੂਰਮੇ ਸਨ, ਉਹਨਾਂ ਦੀਆਂ ਲੋਥਾਂ ਜਿਹੜੀਆਂ ਉਹ ਵੀ ਚੁੱਕ ਲਿਆਂਦੀਆਂ ਹਨ। ਪਾਏ ਗਰਤ ਮੈਂ ਸਭ ਦਫਨਾਏ। ਤੇ ਉਹਨਾਂ ਨੂੰ ਵੀ ਉਸੇ ਟੋਏ ਦੇ ਵਿੱਚ ਪਾ ਕੇ 5 ਜਰਨੈਲ ਸੂਰਮੇ ਨੇ, ਇੱਕ ਅਬਦੁਲ ਖਾਨ, 2 ਉਹਦੇ ਪੁੱਤਰ ਹਨ, ਇਹ 8 ਸਰੀਰ ਜਿਹੜੇ ਨੇ ਇੱਕੋ ਟੋਏ ਦੇ ਵਿੱਚ ਪਾ ਕੇ ਦਫਨਾਏ। ਉੱਤੋਂ ਦੀ ਮਿੱਟੀ ਪਾ ਕੇ ਇਹਨਾਂ ਨੂੰ ਖਾਕ ਸਪੁਰਦ ਕਰ ਦਿੱਤਾ ਗਿਆ ਹੈ। ਉਪਰ ਰਚਿਓ ਦਮਦਮਾ ਤੁੰਗ। ਤੇ ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਸੋਹਣਾ ਦਮਦਮਾ ਤੁੰਗ ਥੜਾ ਬਣਾ ਦਿੱਤਾ ਹੈ। ਤਿਸ ਪਰ ਬੈਠੇ ਗੁਰ ਅਰ ਭੰਗ। ਤੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਆਪ ਉਹਦੇ ਉੱਤੇ ਬੈਠ ਗਏ ਹਨ। ਹਾਲੇ ਕਿ ਸਾਰੇ ਪਾਸੇ ਸਰੀਰ ਲਾਸ਼ਾਂ ਪਈਆਂ ਨੇ, ਗੁਰਸਿੱਖਾਂ ਦੇ ਸਰੀਰ ਵੀ ਸ਼ਹਾਦਤਾਂ ਪ੍ਰਾਪਤ ਕਰਕੇ ਪਏ ਨੇ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਬਿਧੀ ਚੰਦ ਹੋਰ ਗੁਰਸਿੱਖ ਖੜੇ ਨੇ। ਹਾਲੇ ਮਾਹੌਲ ਸਾਰਾ ਜਿਉਂ ਦਾ ਤਿਉਂ ਬਣਿਆ, ਪਰ ਹਜ਼ੂਰ ਪਾਤਸ਼ਾਹ ਇਹ ਜਿਹੜੀ ਉੱਚੀ ਜਗ੍ਹਾ ਬਣ ਗਈ ਮਿੱਟੀ ਪਾ ਕੇ ਕਬਰ ਦੀ, ਇਹਦੇ ਉੱਤੇ ਬਹਿ ਗਏ ਹਨ। ਬਿਧੀ ਚੰਦ ਸੋ ਕਹਿ ਮੁਸਕਾਵਤ। ਤੇ ਬੜਾ ਮੁਸਕਰਾ ਕੇ ਹਜ਼ੂਰ ਪਾਤਸ਼ਾਹ ਪਿਆਰੇ ਸਿੱਖ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਜਿਸ ਵਿਦਿਆ ਕੋ ਸਦਾ ਕਮਾਵਤ। ਕਿ ਭਾਈ ਸਾਹਿਬ ਜੀ, ਜਿਸ ਵਿਦਿਆ ਨੂੰ ਸਦਾ ਕਮਾਉਂਦੇ ਰਹੇ ਆ, ਜਿਸ ਸ਼ਸਤਰ ਵਿਦਿਆ ਦਾ ਬੜਾ ਅਭਿਆਸ ਕੀਤਾ ਆਪਾਂ ਸਾਰਿਆਂ ਨੇ, ਗੁਰਸਿੱਖਾਂ ਨੇ ਵੀ ਕੀਤਾ। ਹਜ਼ੂਰ ਪਾਤਸ਼ਾਹ ਕਹਿੰਦੇ ਅਸੀਂ ਵੀ ਜਿਸ ਸ਼ਸਤਰ ਵਿਦਿਆ ਦਾ ਬੜਾ ਅਭਿਆਸ ਕਰਨਾ ਕੀਤਾ, ਸੋ ਅਬ ਆਈ ਕਾਮ ਹਮਾਰੇ। ਉਹ ਵਿਦਿਆ ਜਿਹੜੀ ਅੱਜ ਸਾਡੇ ਕੰਮ ਆਈ ਹੈ। ਵਿਦਿਆ ਕੋਈ ਵੀ ਹੈ, ਜਦੋਂ ਆਪਾਂ ਸੰਸਾਰ ਵਿੱਚ ਵੀ ਪੜ੍ਹਦੇ ਹਾਂ ਤੇ ਆਪਾਂ ਬੱਚਿਆਂ ਨੂੰ ਆਮ ਕਹਿੰਦੇ ਕੁਛ ਪੜ੍ਹ ਲਓ, ਵਿਦਿਆ ਪ੍ਰਾਪਤ ਕਰ ਲਓ, ਕੰਮ ਆਏਗੀ। ਆ ਫਲਾਣਾ ਗੁਣ ਸਿੱਖ ਲਓ, ਕਦੇ ਨਾ ਕਦੇ ਕੰਮ ਆਏਗਾ। ਵਿਦਿਆ ਭਾਵ ਕੋਈ ਵੀ ਗੁਣ ਹੈ, ਭਾਵੇਂ ਉਹ ਕੋਈ ਕਿੱਤਾ ਹੈ, ਭਾਵੇਂ ਉਹ 4 ਅੱਖਰ ਹਨ, ਕੋਈ ਭਾਸ਼ਾ ਹੈ, ਜ਼ਿੰਦਗੀ 'ਚ ਜ਼ਰੂਰ ਕਿਤੇ ਨਾ ਕਿਤੇ ਉਹ ਕੰਮ ਆਉਂਦੀ ਹੈ। ਤੇ ਹਜ਼ੂਰ ਪਾਤਸ਼ਾਹ ਕਹਿੰਦੇ ਜਿਸ ਵਿਦਿਆ ਨੂੰ ਬੜਾ ਲੰਮਾ ਅਰਸਾ ਅਭਿਆਸ ਕੀਤਾ, ਭਾਈ ਬਿਧੀ ਚੰਦ ਸਾਹਿਬ ਜੀ ਅੱਜ ਉਹ ਸਾਡੇ ਬੜੀ ਕੰਮ ਆਈ ਹੈ। ਅਰੇ ਰਿਪੁਨ ਗਨ ਕੋ ਰਣ ਮਾਰੇ। ਕਿ ਇਹਨਾਂ ਦੁਸ਼ਮਣਾਂ ਦੇ ਸਾਹਮਣੇ ਅਰੇ ਅਸੀਂ ਖੜ ਗਏ, ਡਟ ਗਏ ਇਹਨਾਂ ਦੇ ਸਾਹਮਣੇ। ਤੇ ਇਕੱਲੇ ਅੜੇ ਹੀ ਨਹੀਂ ਹਾਂ, ਗਨ ਮਾਰੇ, ਕਿੱਡਾ ਵੱਡਾ ਸਮੂਹ ਦੁਸ਼ਮਣਾਂ ਦਾ ਆਪਾਂ ਸਭ ਨੇ ਮਾਰ ਦਿੱਤਾ ਹੈ। ਅਬਦੁਲ ਖਾਨ ਅਰਿਓ ਬੋਲ ਰਿਓ। ਤੇ ਇਹ ਜਿਹੜਾ ਅਬਦੁਲ ਖਾਨ ਬੜਾ ਡਟ ਕੇ ਲੜਿਆ ਹੈ ਸਾਡੇ ਨਾਲ, ਸਾਡੇ ਸਾਹਮਣੇ ਅੜ ਕੇ ਖੜਾ ਰਿਹਾ ਹੈ। ਖੜਗ ਜੰਗ ਕੋ ਕਰ ਕਰ ਮਰਿਓ। ਤੇ ਇਹਨੇ ਤਲਵਾਰ ਦੇ ਨਾਲ ਜੰਗ ਕਰ ਕਰਕੇ ਮਰਿਆ ਹੈ। ਭਾਵ ਇਹ ਨਹੀਂ ਕਿ ਇਹਨੇ ਕੋਈ ਵਾਰ ਕੀਤਾ ਨਹੀਂ, ਜਾਂ ਇਹਨੇ ਕਿਸੇ ਦੀ ਜਾਨ ਨਹੀਂ ਲਈ, ਇਹਨੇ ਕਿਸੇ ਨੂੰ ਮਾਰਿਆ ਨਹੀਂ। ਇਹਨੇ ਬਹੁਤ ਵਾਰ ਤਲਵਾਰ ਦੇ ਕਰਕੇ ਕਈ ਵਾਰ ਆਪਣੇ ਤਨ ਤੇ ਸਹਾਰ ਕੇ ਚੰਗੀ ਤਰ੍ਹਾਂ ਫੱਟੜ ਹੋ ਕੇ ਫਿਰ ਮਰਨਾ ਕੀਤਾ ਹੈ। ਘਨੇ ਘਾਏ ਕਾਲੇ ਅਰ ਖਾਏ। ਸਭ ਕਹਿੰਦੇ ਨੇ ਬਹੁਤ ਘਾਏ ਘਾਲੇ, ਭਾਵ ਕਿ ਇਹਨੇ ਬੜੀ ਘਾਲਣਾ ਕੀਤੀ, ਬੜਿਆਂ ਨੂੰ ਇਹਨੇ ਮਾਰਿਆ ਹੈ। ਫਿਰ ਇਹਦਾ ਦੂਜਾ ਭਾਵ ਕਿ ਸਾਡੇ ਸਾਹਮਣੇ ਬਹੁਤ ਸਮਾਂ ਇਹ ਟਿਕਿਆ ਰਿਹਾ। ਤੇ ਸਭ ਕਹਿੰਦੇ ਬੜੇ ਘਨੇ ਘਾਏ ਘਾਲੇ ਆ ਮਾਰੇ। ਸਾਹਿਬ ਪਾਤਸ਼ਾਹ ਕਹਿੰਦੇ ਬਹੁਤ ਘਾਲਣਾ ਕਰਕੇ, ਭਾਵੇਂ ਗੁਰੂ ਵਾਸਤੇ ਕੁਝ ਔਖਾ ਨਹੀਂ, ਪਰ ਜਦੋਂ ਆਪਾਂ ਲੜੀਵਾਰ ਇਤਿਹਾਸ ਕੱਲ ਸਰਵਣ ਕੀਤਾ, ਕਿੰਨਾ ਸਮਾਂ ਗੁਰੂ ਸਾਹਿਬ ਦੇ ਸਾਹਮਣੇ ਅੜਿਆ ਰਿਹਾ ਹੈ। ਸਾਹਿਬ ਪਾਤਸ਼ਾਹ ਕਹਿੰਦੇ ਬੜੀ ਘਾਲਣਾ ਦੇ ਨਾਲ, ਬੜੀ ਮੁਸ਼ੱਕਤ ਦੇ ਨਾਲ
ਅਸੀਂ ਇਹਨੂੰ ਮਾਰਨਾ ਕੀਤਾ ਹੈ। ਦੋਨੋਂ ਖੱਤਰੀ ਮਾਰ ਗਿਰਾਏ। ਤੇ ਨਾਲ ਹੀ ਫਿਰ ਦੋਵੇਂ ਖੱਤਰੀ ਜਿਹੜੇ ਇਹਦੇ ਨਾਲ ਜਿਹੜੇ ਬੜੇ ਵੱਡੇ ਸੂਰਮੇ ਕਹਾਉਂਦੇ ਸਨ ਉਹ ਵੀ ਅਸਾਂ ਮਾਰ ਗਿਰਾਏ ਹਨ। ਪਿਤ ਪਲਟਾ ਚਾਹਤ ਨਿਤ ਰਹੇ। ਜਿਹੜਾ ਕਰਮ ਚੰਦ ਰੋਜ਼ ਚਾਹੁੰਦਾ ਸੀ ਕਿ ਮੈਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਹੈ, ਭਾਵ ਦੀਵਾਨ ਚੰਦੂ ਦੀ ਮੌਤ ਦਾ ਮੈਂ ਬਦਲਾ ਲੈਣਾ। ਕਦੀ ਭਾਈ ਬਿਧੀ ਚੰਦ ਦੇ ਸਾਹਮਣੇ ਆ ਕੇ ਵੀ ਉਹਨੇ ਕਿਹਾ ਸੀ, ਜਦੋਂ ਭਾਈ ਬਿਧੀ ਚੰਦ ਸਾਹਿਬ ਜੀ ਉਹਨੂੰ ਪਕੜ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਲੈ ਗਏ ਸੀ, ਕੁਝ ਦਿਨ ਪਹਿਲਾਂ ਇਸ ਇਤਿਹਾਸ ਸਰਵਣ ਕੀਤਾ ਹੈ, ਤੇ ਹਜੂਰ ਪਾਤਸ਼ਾਹ ਜੀ ਕਹਿੰਦੇ ਸੀ ਇਹਨੂੰ ਛੱਡ ਦੇ, ਬਹੁਤ ਹੋ ਗਈ ਇਹਦੇ ਨਾਲ, ਕੋਈ ਨਹੀਂ ਇਹਨੂੰ ਮੈਦਾਨੇ ਜੰਗ ਵਿੱਚ ਵੇਖਾਂਗੇ, ਇਹ ਹੁਣ ਕੁਝ ਨਹੀਂ ਕਰ ਸਕੇਗਾ, ਤੂੰ 4 ਜੁੱਤੀਆਂ ਇਹਦੇ ਸਿਰ ਮਾਰ, ਇਹਨੇ ਤੇਰੀ ਵੀ ਜੈ ਜੈਕਾਰ ਕਰਨ ਲੱਗ ਪੈਣੀ। ਸੋ ਉਸੇ ਤਰ੍ਹਾਂ ਹੋਇਆ ਸੀ। ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਵੀ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਆਏ ਹੋਏ ਸਨ। ਅਬ ਸਭ ਹੀ ਪੂਰੇ ਕਰ ਦਹੇ। ਸਾਹਿਬ ਕਹਿੰਦੇ ਅਸੀਂ ਸਾਰੇ ਵਾਅਦੇ ਘਾਟੇ ਜਿਹੜੇ ਹਨ ਇਹਨਾਂ ਦੇ ਪੂਰੇ ਕਰ ਦਿੱਤੇ ਹਨ। ਸੰਘਰ ਘੋਰ ਕਨੋ ਕਮਸਾਨ। ਕਿ ਕਿੰਨਾ ਕਮਸਾਨ ਦਾ ਘੋਰ ਜੰਗ ਜਿਹੜਾ ਹੈ ਉਹ ਇਸ ਵਕਤ ਮਚਣਾ ਕੀਤਾ ਹੋਣਾ ਕੀਤਾ ਹੈ। ਤੁਰਕ ਹਜ਼ਾਰਨ ਕੋ ਅਵਸਾਨ। ਜਿਸ ਦੇ ਵਿੱਚ ਭਾਈ ਬਿਧੀ ਚੰਦ ਸਾਹਿਬ ਜੀ ਹਜ਼ਾਰਾਂ ਤੁਰਕ ਜਿਹੜੇ ਹਨ ਉਹ ਮਾਰੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਸਾਡੇ ਸਾਹਮਣੇ ਪਈਆਂ ਹੋਈਆਂ ਨੇ। ਕਿੱਡਾ ਕਮਸਾਨ ਦਾ ਜੰਗ ਮਚਿਆ, ਕਿਉਂਕਿ ਜਦੋਂ ਜੰਗ ਚੱਲ ਰਿਹਾ ਸੀ ਉਦੋਂ ਤੇ ਸਾਰਾ ਕੁਝ ਆਸੇ-ਪਾਸੇ ਨਿਹਾਰਨਾ ਦੇਖਣਾ ਬੜਾ ਮੁਸ਼ਕਲ ਹੈ। ਉਦੋਂ ਤੇ ਨਿਗਾਹ ਸਾਹਮਣੇ ਆਉਂਦੇ ਹੋਏ ਵਾਰ ਦੇ ਉੱਤੇ ਟਿਕਦੀ ਹੈ, ਸਾਹਮਣੇ ਜਿਹੜਾ ਲੜ ਰਿਹਾ ਉਹਦੇ ਉੱਤੇ ਟਿਕਦੀ। ਹੁਣ ਜੰਗ ਖਤਮ ਹੋ ਚੁੱਕਾ ਹੈ, ਹੁਣ ਦਿਸਦਾ ਵੀ ਜੰਗ ਕਿੰਨਾ ਵੱਡਾ ਸੀ। ਜਿੱਥੋਂ ਤੱਕ ਨਿਗਾਹ ਮਾਰੋ ਲਾਸ਼ਾਂ ਹੀ ਲਾਸ਼ਾਂ ਪਈਆਂ ਹਨ, ਜਿੱਥੋਂ ਤੱਕ ਨਿਗਾਹ ਮਾਰੋ ਘੋੜੇ ਹੀ ਘੋੜੇ ਮਰੇ ਪਏ ਹਨ। ਮਨੁੱਖੀ ਸਰੀਰ ਕੋਈ ਸਰੀਰ ਜਿਹੜਾ ਉਹ ਪੂਰਾ ਹੈ, ਕਿਸੇ ਸਰੀਰ ਦੀ ਲੱਤ ਨਹੀਂ ਹੈਗੀ, ਕਿਸੇ ਦੀ ਬਾਂਹ ਨਹੀਂ ਹੈਗੀ। ਹੁਣ ਵਿਚਕਾਰ ਖੜ ਕੇ ਪਤਾ ਲੱਗ ਰਿਹਾ ਵੀ ਕਿੱਥੋਂ ਤੱਕ ਸਰੀਰ ਪਏ ਹੋਏ ਹਨ, ਕਿੰਨਾ ਭਾਰੀ ਜੰਗ ਲੱਗਾ ਹੈ। ਤਾਂ ਹਜੂਰ ਪਾਤਸ਼ਾਹ ਕਹਿੰਦੇ ਦੇਖੋ ਕਿੰਨਾ ਭਿਆਨਕ ਜੰਗ ਮਚਿਆ ਹੈ। ਸੁਨ ਸਾਦਰ ਵਿਦਿਏ ਤਬ ਕਹਿਓ। ਸੁਣ ਕਰਕੇ ਬੜੇ ਸਾਦਰ ਬੜੇ ਪਿਆਰ ਦੇ ਨਾਲ ਅੱਗੋਂ ਭਾਈ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਜਿਨ੍ਹਾਂ ਪ੍ਰਤਾਪ ਨਰਾਵਰ ਲਹਿਓ। ਕਿ ਮਹਾਰਾਜ ਜੀ ਅਸਲ ਸਚਾਈ ਤੇ ਇਹ ਹੈ ਕਿ ਜਿਨ੍ਹਾਂ ਅਗਿਆਨੀਆਂ ਮੂਰਖਾਂ ਨੇ ਤੁਹਾਡਾ ਪ੍ਰਤਾਪ ਜਿਹੜਾ ਨਹੀਂ ਜਾਣਿਆ, ਨਹੀਂ ਪਹਿਚਾਨਣਾ ਕੀਤਾ, ਸੋ ਮਤ ਮੰਦ ਹਾ ਨਹੀਂ ਪਾਵੈ। ਉਹ ਮਹਾਰਾਜ ਹਾਂ ਨਹੀਂ ਪਾਵੈ। ਉਹ ਮੂਰਖ ਜਿਹੜੇ ਨੇ ਨਾ, ਮਤ ਮੰਦ ਖੋਟੀ ਮਤ ਵਾਲੇ, ਮਾੜੀ ਮਤ ਵਾਲੇ, ਮਤਹੀਣੇ ਜਿਹੜੇ ਹਨ, ਹਾਂ ਨਹੀਂ ਪਾਵੈ, ਉਹ ਹਾਨੀ ਹੀ ਪ੍ਰਾਪਤ ਕਰਦੇ ਨੇ। ਭਾਵੇਂ ਉਸ ਸਮੇਂ ਦੀ ਦਾਸਤਾਂ ਹੈ, ਭਾਵੇਂ ਅੱਜ ਦੇ ਸਮੇਂ ਦੀ ਦਾਸਤਾਂ ਹੈ, ਭਾਵੇਂ ਆਉਣ ਵਾਲੀਆਂ ਸਦੀਆਂ ਦੀ ਦਾਸਤਾਂ ਹੈ। ਜਿਹੜਾ ਗੁਰੂ ਨੂੰ, ਜਿਵੇਂ ਕਹਿ ਲਓ ਗੁਰੂ ਦੇ ਪ੍ਰਤਾਪ ਨੂੰ ਨਹੀਂ ਜਾਣ ਪਾਏਗਾ, ਉਹ ਆਪਣੇ ਨੁਕਸਾਨ ਕਰਵਾ ਰਿਹਾ ਤੇ ਰਹਿੰਦੀ ਦੁਨੀਆ ਤੱਕ ਕਰਵਾਏਗਾ। ਸੋ ਇਸ ਤਰ੍ਹਾਂ ਭਾਈ ਬਿਧੀ ਚੰਦ ਸਾਹਿਬ ਕਹਿਣ ਲੱਗੇ, ਮਹਾਰਾਜ ਜੋ ਆਪ ਜੀ ਦੇ ਪ੍ਰਤਾਪ ਨੂੰ ਨਹੀਂ ਪਹਿਚਾਣਦੇ ਉਹ ਮੂਰਖ ਮੂੜ ਮੱਤੀ ਮਨ ਮੱਤੀ ਆਪਣਾ ਨੁਕਸਾਨ ਹਾਨੀ ਕਰਵਾ ਜਾਂਦੇ ਹਨ। ਤੁਮ ਤੇ ਕਵਨ ਜੀਵ ਤੋ ਜਾਵੈ। ਮਹਾਰਾਜ ਉਹ ਕੌਣ ਹੈ ਜਿਹੜਾ ਤੁਹਾਡੇ ਸਾਹਮਣੇ ਆਵੇ ਤੇ ਕਵੇ ਮੈਂ ਤੁਹਾਡਾ ਮੁਕਾਬਲਾ ਕਰਨਾ ਤੇ ਮੈਨੂੰ ਹੋਏਗਾ ਕੁਛ ਨਹੀਂ, ਜੀਵ ਤੋਂ ਜਾਵੇ। ਉਹ ਕੌਣ ਹੈ ਜਿਹੜਾ ਫਿਰ ਤੁਹਾਡੇ ਸਾਹਮਣੇ ਖੜ ਕੇ ਜਿਉਂਦਾ ਵਾਪਸ ਚਲਾ ਜਾਵੇਗਾ। ਤੀਨ ਲੋਕ ਮੈਂ ਬਲੀ ਨ ਕੋਈ। ਮਹਾਰਾਜ ਇਸ ਦੁਨੀਆ ਦੀ ਗੱਲ ਛੱਡੋ, ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਕੋਈ ਐਸਾ ਬਲੀ ਸੂਰਮਾ ਨਹੀਂ ਹੈ। ਅਰਹਿ ਆਪ ਕੇ ਸਨਮੁਖ ਹੋਈ। ਜਿਹੜਾ ਅਰੇ ਅੜ ਜਾਵੇ, ਕਿੱਥੇ ਆਪ ਕੇ ਸਨਮੁਖ ਹੋਈ, ਕਿਸੇ ਹੋਰ ਦੇ ਸਾਹਮਣੇ ਅੜੇ ਤੇ ਗੱਲ ਵੱਖਰੀ। ਮਹਾਰਾਜ ਇਹਨਾਂ ਤਿੰਨਾਂ ਲੋਕਾਂ 'ਚ ਕੋਈ ਸੂਰਮਾ ਐਸਾ ਨਹੀਂ ਜਿਹੜਾ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਅੜ ਸਕੇ, ਤੁਹਾਡੇ ਸਾਹਮਣੇ ਆ ਕੇ ਖੜ ਸਕੇ। ਤੁਰਕ ਬਾਪੁਰੇ ਕਹਾਂ ਅਗਾਰੀ। ਮਹਾਰਾਜ ਇੱਥੇ ਤੇ ਕੋਈ ਦੇਵਤੇ ਦੈਂਤ ਵੀ ਆ ਜਾਣ ਉਹ ਵੀ ਨਾ ਅੜ ਸਕਣ, ਤੇ ਇਹ ਤੁਰਕ ਵਿਚਾਰੇ ਤੁਹਾਡੇ ਸਾਹਮਣੇ ਕੀ ਹਨ। ਸਮਤਾ ਚਹਤ ਮਰੇ ਰਣਹਾਰੀ। ਜਿਹੜੇ ਸਮਤਾ ਚਹਿਤ, ਜਿਹੜੇ ਬਰਾਬਰੀ ਕਰਨੀ ਚਾਹੁੰਦੇ ਸੀ ਵੀ ਅਸੀਂ ਪਤਾ ਨਹੀਂ ਜਾਵਾਂਗੇ ਤੇ ਜਾ ਕੇ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਕੜ ਹੀ ਲਿਆਵਾਂਗੇ। ਮਹਾਰਾਜ ਜੀ ਦੇਖੋ ਜਿਹੜੇ ਤੁਹਾਡੀਆਂ ਬਰਾਬਰੀਆਂ ਕਰਨੀਆਂ ਚਾਹੁੰਦੇ ਸਨ, ਰਣੇ ਮਰੇ ਰਣ ਮਹਾਰੀ। ਮਹਾਰਾਜ ਇਹ ਮੈਦਾਨੇ ਜੰਗ ਵਿੱਚ ਇਸ ਰਣ ਭੂਮੀ ਵਿੱਚ ਮਰੇ ਪਏ ਹਨ
ਤੇ ਬਾਕੀ ਜਿਹੜੇ ਹਨ ਜੰਗ ਹਾਰ ਗਏ ਹਨ। ਪੁਨ ਸਤਿਗੁਰ ਨੇ ਹੁਕਮ ਬਖਾਨਾ। ਹਜੂਰ ਪਾਤਸ਼ਾਹ ਬੜੇ ਪਿਆਰ ਸਹਿਤ ਭਾਈ ਬਿਧੀ ਚੰਦ ਜੀ ਨੂੰ ਹੁਕਮ ਕਰਨ ਲੱਗੇ। ਇੱਕ ਸਾਹਿਬ ਜੀ ਨੇ ਬਚਨ ਕਹਿਣਾ ਕੀਤਾ, ਨਰ ਇਕੱਠੇ ਕੀਜੈ ਇਸ ਥਾਨਾ। ਕਿ ਹੁਣ ਦਿਨ ਚੜ ਆਇਆ, ਹੁਣ ਅੱਗੇ ਵੀ ਕੋਈ ਕਾਰਵਾਈ ਪ੍ਰਬੰਧ ਕਰਨਾ। ਸਾਹਿਬ ਕਹਿੰਦੇ ਨਗਰ ਦੇ ਸਾਰੇ ਲੋਕ ਜਿਹੜੇ ਹਨ ਤਕਰੀਬਨ ਇਕੱਠੇ ਕਰਨੇ ਕਰੋ ਇਸ ਥਾਂ ਤੇ। ਜੇਤਿਕ ਅਹੈ ਗ੍ਰਾਮ ਕੇ ਆਨੋ। ਜਿੰਨੇ ਵੀ ਨਗਰ ਵਿੱਚ ਪੁਰਖ ਹਨ, ਇੱਥੇ ਬੱਚੀਆਂ ਬਜ਼ੁਰਗਾਂ ਇਸਤਰੀਆਂ ਦੀ ਦਾਸਤਾਨ ਨਹੀਂ, ਪੁਰਖਾਂ ਦੀ ਗੱਲ ਹੈ। ਸਭ ਕਹਿੰਦੇ ਜਿੰਨੇ ਵੀ ਪੁਰਖ ਹਨ ਉਹ ਸਾਰੇ ਇਕੱਠੇ ਕਰ ਲਓ ਤੇ ਆਪਣੇ ਗੁਰਸਿੱਖਾਂ ਦੇ ਵਿੱਚੋਂ ਵੀ ਜਿਨ੍ਹਾਂ ਦੇ ਸਰੀਰ ਤੰਦਰੁਸਤ ਹਨ, ਭਾਵ ਜਿਨ੍ਹਾਂ ਨੂੰ ਬਹੁਤੇ ਫੱਟ ਨਹੀਂ ਲੱਗੇ, ਜਿਹੜੇ ਹਾਲੇ ਵੀ ਸਾਰਾ ਕਾਰਜ ਕਰ ਸਕਦੇ ਹਨ, ਉਹਨਾਂ ਸਾਰਿਆਂ ਨੂੰ ਇੱਕ ਥਾਂ ਇਕੱਠੇ ਕਰੋ। ਸਕਲ ਮਿਹਨਤੀ ਸਾਥ ਬਖਾਨੋ। ਤੇ ਨਗਰ ਦੇ ਵਿੱਚ ਜਿਹੜੇ ਮਿਹਨਤੀ ਲੋਕ ਹਨ, ਭਾਵ ਜਿਹੜੇ ਮਜ਼ਦੂਰੀ ਕਰਨ ਵਾਲੇ ਹੁੰਦੇ ਨੇ, ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਵੀ ਸੱਦੋ ਤੇ ਉਹਨਾਂ ਨੂੰ ਕਹਿਣਾ ਕਰੋ। ਸੈਨਾ ਕੇ ਨਰ ਇਕੱਠੇ ਹੋਏ। ਆ ਸੈਨਾ ਦੇ ਜਿੰਨੇ ਵੀ ਮਨੁੱਖ ਹਨ ਨਾ, ਭਾਵ ਤੁਰਕਾਂ ਦੀ ਸੈਨਾ ਦੇ ਜਿੰਨੇ ਵੀ ਸਰੀਰ ਜਿਹੜੇ ਹਨ, ਜਿੰਨੇ ਵੀ ਉਹਨਾਂ ਦੇ ਸਿਪਾਹੀ ਮਰੇ ਹੋਏ ਹਨ, ਕਰੋ ਕਾਰ ਮਿਲ ਕੇ ਸਭ ਕੋਏ। ਇਹ ਨਰ ਇਕੱਠੇ ਹੋਏ, ਤੁਸੀਂ ਇਕੱਠੇ ਕਰੋ ਕੁਝ ਮਨੁੱਖਾਂ ਨੂੰ, ਫਿਰ ਇਹਨਾਂ ਦੇ ਇੱਕ ਸਰੀਰ ਜਿਹੜੇ ਹਨ, ਜਿਹੜੇ ਮਰੇ ਹੋਏ ਹਨ, ਇਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਕਰ ਲੈਣਾ ਕਰੋ। ਪਰੇ ਮ੍ਰਿਤਕ ਜੇਤਕ ਦਰਸਾਹੀ। ਤੇ ਸਭ ਕਹਿੰਦੇ ਇਹ ਬਹੁਤ ਵੱਡੀ ਇਹ ਕਾਰਜ ਹੈ, ਇਹ ਕਰੋ ਮਿਲ ਕੇ ਸਾਰੇ ਜਣੇ। ਕੀ ਹੈ ਕਿ ਜਿੱਥੋਂ ਤੱਕ ਵੀ ਪਰੇ ਮ੍ਰਿਤਕ, ਜਿੱਥੋਂ ਤੱਕ ਵੀ ਮਰੇ ਹੋਏ ਸਰੀਰ ਪਏ ਹੋਏ ਹਨ, ਡਾਰੋ ਸਕਲ ਵਿਪਾਸਾ ਮਾਹੀ। ਇਹ ਸਾਰੇ ਜਿਹੜੇ ਹਨ ਨਾ, ਸਭ ਕਹਿੰਦੇ ਇਹਨਾਂ ਨੂੰ ਚੁੱਕ ਕੇ ਬਿਆਸਾ ਦਰਿਆ ਦੇ ਵਿੱਚ ਇਹਨਾਂ ਨੂੰ ਜਲ ਪ੍ਰਵਾਹ ਕਰ ਦਿਓ। ਕਿਉਂਕਿ ਹੁਣ 14,000 ਸਰੀਰ ਜਿਹੜਾ ਹੈ ਤੁਰਕਾਂ ਦੀ ਫੌਜ ਦਾ ਮਰਿਆ ਤੇ ਬੇਅੰਤ ਗੁਰਸਿੱਖ ਵੀ ਸ਼ਹੀਦ ਹੋਏ ਹਨ, ਬਹੁਤ ਵੱਡੀ ਗਿਣਤੀ ਹੈ। ਤਾਂ ਹਜੂਰ ਪਾਤਸ਼ਾਹ ਕਹਿੰਦੇ ਨਾ ਸਾਰਿਆਂ ਨੂੰ ਚੁਕਵਾ ਕੇ ਬਿਆਸਾ ਦਰਿਆ ਦੇ ਵਿੱਚ ਇਹਨਾਂ ਨੂੰ ਰੋੜ ਦਿਓ, ਜਲ ਪ੍ਰਵਾਹ ਕਰ ਦਿਓ। ਪ੍ਰਥਮ ਆਪਨੇ ਸਿੱਖ ਉਠਾਵੋ। ਪਰ ਪਹਿਲਾਂ ਪਤਾ ਕੀ ਕਰਨਾ ਹੈ? ਹਜੂਰ ਕਹਿੰਦੇ ਜਿਹੜੇ ਆਪਣੇ ਸਿੱਖ ਹਨ ਨਾ, ਪਹਿਲਾਂ ਚੁਣ ਚੁਣ ਕੇ ਉਹਨਾਂ ਦੇ ਸਰੀਰ ਜਿਹੜੇ ਹਨ ਉਹਨਾਂ ਨੂੰ ਲੱਭ ਕੇ ਚੁੱਕ ਕੇ ਲਿਆਉਣਾ ਕਰੋ। ਹਮ ਹੈ ਨਾਮ ਤਿਨ ਕੇਰ ਸੁਨਾਵੋ। ਤੇ ਇਹ ਨਹੀਂ ਕਿ ਲਿਆ ਕੇ ਸਿੱਧੇ ਹੀ ਬਿਆਸਾ ਦਰਿਆ 'ਚ ਜਲ ਪ੍ਰਵਾਹ ਕਰ ਦਿਓ, ਨਹੀਂ। ਪਹਿਲਾਂ ਕੱਲਾ ਕੱਲਾ ਗੁਰਸਿੱਖ ਜਿਹੜਾ ਉਹਨੂੰ ਦੂਜਿਆਂ ਸਰੀਰਾਂ 'ਚੋਂ ਅਲੱਗ ਕਰਕੇ ਜੁਦਾ ਕਰਕੇ ਲਿਆਓ। ਫਿਰ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਸਾਨੂੰ ਉਹਨਾਂ ਦੇ ਨਾਂ ਦੱਸਣਾ ਕਰਿਓ ਕਿ ਮਹਾਰਾਜ ਆਹ ਜਿਹੜਾ ਸਰੀਰ ਅਸੀਂ ਜਲ ਪ੍ਰਵਾਹ ਕਰਨ ਲੱਗੇ ਹਾਂ, ਇਹ ਫਲਾਣਾ ਤੁਹਾਡਾ ਗੁਰਸਿੱਖ ਹੈ, ਮਹਾਰਾਜ ਆਹ ਫਲਾਣਾ ਗੁਰਸਿੱਖ ਹੈ, ਫਲਾਣੇ ਨਗਰ ਦਾ ਵਸਨੀਕ ਹੈ। ਇਸ ਤਰ੍ਹਾਂ ਸਾਨੂੰ ਸਾਰਿਆਂ ਦੇ ਨਾਂ ਦੱਸਣੇ ਕਰਿਓ। ਬੀਚ ਵਿਪਾਸਾ ਦੇਹੋ ਪ੍ਰਵਾਹ। ਤੇ ਫਿਰ ਬਾਅਦ ਵਿੱਚ ਪਹਿਲਾਂ ਸਾਨੂੰ ਦੱਸ ਕੇ ਬਾਅਦ ਵਿੱਚ ਬਿਆਸਾ ਦਰਿਆ ਵਿੱਚ ਪ੍ਰਵਾਹ ਕਰ ਦਿਓ। ਹਮ ਬੈਠੇ ਚੱਲ ਕਰ ਤਟ ਪਾਹ। ਤੇ ਸਾਹਿਬ ਕਹਿੰਦੇ ਅਸੀਂ ਉਨੀ ਦੇਰ ਜਾ ਕੇ ਬਿਆਸਾ ਦਰਿਆ ਦੇ ਤੱਟ ਪਾ ਉਹਦੇ ਕਿਨਾਰੇ ਤੇ ਜਾ ਕੇ ਬੈਠਦੇ ਹਾਂ, ਤੇ ਤੁਸੀਂ ਮਨੁੱਖ ਇਕੱਠੇ ਕਰਕੇ, ਮਿਹਨਤ ਮਜ਼ਦੂਰ ਵਾਲੇ ਜਿਹੜੇ ਉਹ ਇਕੱਠੇ ਕਰਕੇ, ਤੇ ਤੁਸੀਂ ਗੁਰਸਿੱਖਾਂ ਦੇ ਸਰੀਰ ਛਾਂਟਣੇ ਕਰੋ ਤੇ ਛਾਂਟ ਕੇ ਫਿਰ ਉੱਥੇ ਲੈ ਆਇਓ। ਤੇ ਅਸੀਂ ਉਨੀ ਦੇਰ ਉੱਥੇ ਚੱਲ ਕੇ ਬੈਠਦੇ ਹਾਂ। ਇਮ ਕਹਿ ਸ੍ਰੀ ਹਰਿ ਗੋਬਿੰਦ ਚੰਦ। ਇੰਜ ਕਹਿ ਕਰਕੇ, ਹੁਕਮ ਦੇ ਕਰਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਉੱਠ ਕਰ ਚਲੇ ਸੰਗ ਸਿੱਖ ਬ੍ਰਿੰਦ। ਕੁਝ ਸਿੱਖਾਂ ਨੂੰ ਸਮੂਹ ਰੂਪ ਵਿੱਚ ਆਪਣੇ ਨਾਲ ਲੈ ਕੇ ਜਿਸ ਥਾਂ ਤੇ ਸਾਹਿਬ ਪਾਤਸ਼ਾਹ ਜੀ ਬੈਠੇ ਸਨ ਨਾ, ਉੱਚਾ ਥੜਾ ਬਣਾ ਕੇ, ਜਿਸ ਦੇ ਥੱਲੇ ਜ਼ਮੀਨ ਦੇ ਵਿੱਚ ਅਬਦੁਲ ਖਾਂ, ਉਹਦੇ ਪੁੱਤਰ, ਉਹਦੇ 5 ਜਰਨੈਲ ਦਫਨ ਕੀਤੇ ਗਏ ਨੇ, ਉਸ ਥਾਂ ਤੋਂ ਹਜੂਰ ਪਾਤਸ਼ਾਹ ਜੀ ਉੱਠੇ ਨੇ ਤੇ ਬਿਆਸਾ ਦਰਿਆ ਵੱਲ ਨੂੰ ਚੱਲ ਪਏ ਹਨ। ਦੇ ਕਰ ਹੁਕਮ ਆਏ ਤਿਸ ਕਾਲ। ਇੰਜ ਹਜੂਰ ਪਾਤਸ਼ਾਹ ਜੀ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਹੁਕਮ ਦੇ ਕਰਕੇ ਆਏ, ਉਸ ਜਗ੍ਹਾ ਤੋਂ ਤਤਕਾਲ ਆ ਗਏ ਹਨ। ਸਿਰੇ ਵਿਪਾਸਾ ਪਾਸ ਕਿਰਪਾਲਾ। ਤੇ ਕਿਰਪਾਲੂ ਹਜੂਰ ਪਾਤਸ਼ਾਹ ਜੀ ਬਿਆਸਾ ਦਰਿਆ ਦੇ ਕਿਨਾਰੇ ਤੇ ਆ ਕਰਕੇ ਥਿਰੇ ਟਿਕ ਗਏ ਹਨ। ਬਿਜਨਾ ਚਮਰ ਹੋਏ ਫਿਰ ਫੇਰੇ। ਹਜੂਰ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ ਜਿਹੜੇ ਕੋਲ ਖੜੇ ਨੇ, ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਹਵਾ ਵੀ ਝੱਲ ਰਹੇ ਨੇ ਪੱਖੇ ਦੇ ਨਾਲ, ਜੋ ਹੱਥ ਵਾਲੇ ਪੱਖੇ ਸਨ। ਫਿਰ ਹਜੂਰ ਪਾਤਸ਼ਾਹ ਜੀ ਦੇ ਮੁਬਾਰਕ ਸੀਸ ਦੇ ਉੱਤੇ ਚੌਰ ਸਾਹਿਬ ਵੀ ਝੁਲਾ ਰਹੇ ਹਨ। ਬੈਠੇ ਪੂਰ ਵਿਪਾਸਾ ਹੇਰੇ। ਤੇ ਸਾਹਿਬ ਪਾਤਸ਼ਾਹ ਬੜੇ ਪਿਆਰ ਦੇ ਨਾਲ ਬੈਠੇ ਨੇ ਤੇ ਕੀ ਕਰ ਰਹੇ ਨੇ? ਵਿਪਾਸਾ ਹੇਰੇ,
ਬਿਆਸਾ ਦਰਿਆ ਦਾ ਸੋਹਣਾ ਸਾਫ਼ ਨਿਰਮਲ ਜਲ ਜਿਹੜਾ ਵਹਿ ਰਿਹਾ ਉਹਨੂੰ ਹਜ਼ੂਰ ਪਾਤਸ਼ਾਹ ਜੀ ਦੇਖ ਰਹੇ ਨੇ। ਉਹਦੇ ਕਿਨਾਰੇ 'ਤੇ ਸੋਹਣੀ ਕੁਦਰਤੀ ਹਰਿਆਵਲ ਜਿਹੜੀ ਬਣੀ ਹੋਈ ਹੈ ਉਸ ਕੁਦਰਤੀ ਦ੍ਰਿਸ਼ ਨੂੰ ਤੱਕਦੇ ਪਏ ਨੇ, ਸੋਹਣੇ ਨਿਰਮਲ ਜਲ ਵੱਲ ਦੇਖ ਰਹੇ ਨੇ। ਆਪਣੇ ਕੋਲ ਖੜੇ ਹੋ ਗੁਰਸਿੱਖਾਂ ਨਾਲ ਕੁਝ ਆਤਮਿਕ ਤੇ ਅਧਿਆਤਮਿਕਤਾ ਦੇ ਵਚਨ ਵਿਲਾਸ ਕਰ ਰਹੇ ਹਨ। ਬੀਨ ਬੀਨ ਸਿੱਖਨ ਕੇ ਦੇ। ਇੱਧਰ ਭਾਈ ਬਿਧੀ ਚੰਦ ਸਾਹਿਬ ਜੀ ਨੇ ਬੀਨ ਬੀਨ ਭਾਵ ਕੇ ਚੁਣ ਚੁਣ ਕੇ, ਕਿਉਂਕਿ ਹੁਣ ਆਪ ਜੀ ਅੰਦਾਜ਼ਾ ਲਗਾ ਕੇ ਦੇਖੋ ਕਿ 14,000 ਤੁਰਕਾਂ ਦਾ ਸਰੀਰ ਪਿਆ ਹੋਵੇ, ਉਹਦੇ ਵਿੱਚੋਂ ਗੁਰਸਿੱਖਾਂ ਨੂੰ ਲੱਭਣਾ ਹੋਵੇ ਤੇ ਕੋਈ ਇਹ ਵੀ ਨਹੀਂ ਕਿ 1, 1.5, 2 ਕਿੱਲੇ ਦੇ ਵਿੱਚ ਸਾਰਾ ਕੁਝ ਹੋਵੇ। ਦੂਰ ਦੂਰ ਤੱਕ ਲਾਸ਼ਾਂ ਸਰੀਰ ਪਏ ਹੋਏ ਨੇ ਤੇ ਕਿੰਨੀ ਦੂਰ ਤੱਕ ਜਾਣਾ ਪੈਂਦਾ, ਗੁਰਸਿੱਖਾਂ ਨੂੰ ਦੇਖਣਾ ਪੈਂਦਾ, ਲੱਭਣਾ ਪੈਂਦਾ। ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਵੀ 2-2, 3-3 ਤੁਰਕਾਂ ਦਾ ਸਰੀਰ ਢੇਰੀ ਹੋਇਆ, ਉਹਦੇ ਥੱਲੇ ਕੋਈ ਗੁਰਸਿੱਖ ਦਾ ਸਰੀਰ ਪਿਆ ਹੁੰਦਾ ਸੀ। ਸੋ ਇਹ ਸਾਰੀ ਜੰਗ ਦੀ ਦਾਸਤਾਨ ਹੈ, ਤਾਂ ਸਮਾਂ ਲੱਗ ਰਿਹਾ। ਪਰ ਜਿਵੇਂ ਜਿਵੇਂ ਸਰੀਰ ਇਕੱਠੇ ਹੋਈ ਜਾ ਰਹੇ ਨੇ, ਨਾਲ ਨਾਲ ਭਾਈ ਬਿਧੀ ਚੰਦ ਸਾਹਿਬ ਜੀ ਨੇ ਭੇਜਣੇ ਸ਼ੁਰੂ ਕਰ ਦੇਣੇ ਨੇ। ਤਾਂ ਇੱਧਰ ਭਾਈ ਬਿਧੀ ਚੰਦ ਸਾਹਿਬ ਜੀ ਬੀਨ ਬੀਨ ਚੁਣ ਚੁਣ ਕੇ ਗੁਰਸਿੱਖਾਂ ਦੇ ਸਰੀਰ ਲੱਭਣ ਲੱਗੇ ਹਨ। ਅੰਨ ਹੈ ਨਾਮ ਸੁਨਾਏ ਸੋ ਦੇ। ਤੇ ਜਿਵੇਂ ਹੀ ਗੁਰਸਿੱਖ ਉਹਨਾਂ ਸ਼ਹੀਦ ਹੋਏ ਗੁਰਸਿੱਖਾਂ ਦੇ ਸਰੀਰ ਲਿਆਉਂਦੇ ਨੇ, ਲਿਆ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਾਹਮਣੇ ਕਰਦੇ ਨੇ, ਜ਼ਮੀਨ 'ਤੇ ਵੀ ਲਿਟਾ ਦਿੰਦੇ ਨੇ। ਫਿਰ ਉਹਨਾਂ ਦਾ ਨਾਮ ਦੱਸਦੇ ਨੇ ਕਿ ਮਹਾਰਾਜ ਜੀ ਇਹ ਫਲਾਣਾ ਤੁਹਾਡਾ ਗੁਰਸਿੱਖ ਹੈ। ਪੁਨ ਸਰਤਾ ਮਹਿ ਕਰੇ ਪ੍ਰਵਾਹੂ। ਤੇ ਫਿਰ ਹਜ਼ੂਰ ਪਾਤਸ਼ਾਹ ਜੀ ਦੀ ਆਗਿਆ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇਖ ਰਹੇ ਨੇ ਤੇ ਉਸ ਗੁਰਸਿੱਖ ਦਾ ਸਰੀਰ ਜਿਹੜਾ ਹੈ ਉਹ ਸਰਤਾ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਨ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਕਿਉਂ ਕਿਹਾ ਕਿ ਸਾਨੂੰ ਲਿਆ ਕੇ ਪਹਿਲਾਂ ਉਸ ਗੁਰਸਿੱਖ ਦਾ ਨਾਂ ਦੱਸਿਓ, ਕਿਉਂਕਿ ਇਹਦੇ ਪਿੱਛੇ ਅੱਗੇ ਕਵੀ ਸਾਹਿਬ ਜੀ ਬੜੇ ਪਿਆਰ ਨਾਲ ਜ਼ਿਕਰ ਵੀ ਕਰ ਰਹੇ ਹਨ। ਹਜ਼ੂਰ ਪਾਤਸ਼ਾਹ ਜੀ ਨੇ ਅਸੀਸਾਂ ਦੇਣੀਆਂ ਨੇ, ਗੁਰਸਿੱਖਾਂ ਨੂੰ ਮੁਰਾਤਬੇ ਦੇਣੇ ਨੇ। ਜਿਵੇਂ ਕਦੀ ਅੱਗੇ ਚੱਲ ਕੇ 10ਵੇਂ ਜਾਮੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵਿੱਚ ਸਾਹਿਬ ਪਾਤਸ਼ਾਹ ਜੀ ਕਹਿੰਦੇ ਸੀ, ਇਹ ਮੇਰਾ 10 ਹਜ਼ਾਰੀ, ਇਹ ਮੇਰਾ 20 ਹਜ਼ਾਰੀ। ਇੰਜ ਪਾਤਸ਼ਾਹ ਜੀ ਨੇ ਰਾਜ ਭਾਗ ਬਖਸ਼ਿਸ਼ਾਂ ਮੁਰਾਤਬੇ ਉੱਚੇ ਰੁਤਬੇ ਦੇ ਕਰਕੇ ਪਾਤਸ਼ਾਹ ਜੀ ਨੇ ਨਿਵਾਜਿਆ। ਇਸੇ ਤਰ੍ਹਾਂ 6ਵੇਂ ਜਾਮੇ ਵਿੱਚ ਹਜ਼ੂਰ ਪਾਤਸ਼ਾਹ ਕਰਨ ਲੱਗੇ ਨੇ, ਤਾਂ ਇਸ ਜਗ੍ਹਾ 'ਤੇ ਬੈਠੇ ਗੁਰਸਿੱਖਾਂ ਦੇ ਨਾਂ ਦੱਸ ਦਿੱਤੇ ਜਾਂਦੇ ਨੇ ਤੇ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਬਹਿ ਅਧਿਕ ਹੀ ਜਲ ਕੇ ਮਾਹੂ। ਇਸ ਤਰ੍ਹਾਂ ਅਨੇਕਾਂ ਸਰੀਰ ਜਿਹੜੇ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਜਲ ਪ੍ਰਵਾਹ ਕੀਤੇ ਗਏ। ਬਹਿ ਅਧਿਕ ਹੀ, ਬਹੁਤ ਤੇਜ਼ ਜਲ ਵਹਿ ਰਿਹਾ, ਜਿਸ ਦੇ ਵਿੱਚ ਜਿਵੇਂ ਹੀ ਸਰੀਰ ਨੂੰ ਸੁੱਟਦੇ ਹਨ ਤਾਂ ਨਾਲ ਦੀ ਨਾਲ ਹੀ ਉਹ ਸਰੀਰ ਜਿਹੜਾ ਅੱਖੋਂ ਓਲੇ ਹੋ ਜਾਂਦਾ ਹੈ। ਸਿੱਖਨ ਕੋ ਪਰਵਾਹ ਕਰ ਸਾਰੇ। ਤੇ ਇਸ ਤਰ੍ਹਾਂ ਉਹ ਜਲ ਜਿਹੜਾ ਹੈ ਦਰਿਆ ਦਾ ਸਾਰੇ ਸਿੱਖਾਂ ਨੂੰ ਆਪਣੇ ਨਾਲ ਲੈਂਦਾ। ਫਿਰ ਸਿੱਖਨ ਕੋ ਪਰਵਾਹ ਕਰ ਸਾਰੇ, ਜਦੋਂ ਸਾਰੇ ਗੁਰਸਿੱਖਾਂ ਦੇ ਸਰੀਰ ਇੰਜ ਵਾਰੀ-ਵਾਰੀ ਜਲ ਪ੍ਰਵਾਹ ਹੋ ਗਏ ਹਨ ਤਾਂ ਬੈਠੇ ਸ੍ਰੀ ਗੁਰ ਪਿਖੇ ਕਿਨਾਰੇ। ਤੇ ਹਜ਼ੂਰ ਪਾਤਸ਼ਾਹ ਜੀ ਕਿਨਾਰੇ ਤੇ ਇੱਕ ਪਾਸੇ ਬੈਠੇ ਸਾਰਾ ਦ੍ਰਿਸ਼ ਜਿਹੜਾ ਇਹ ਦੇਖਦੇ ਨੇ। ਗੁਰਸਿੱਖ ਸਾਹਮਣੇ ਆਉਂਦਾ ਉਦੋਂ ਵੀ ਨਿਗਾਹ ਪਾਉਂਦੇ ਨੇ, ਆਪਣੀ ਨਜ਼ਰੇ ਅਨਾਇਤ ਕਰਦੇ ਨੇ। ਫਿਰ ਜਦੋਂ ਉਸ ਗੁਰਸਿੱਖ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਬੜੇ ਪਿਆਰ ਦੇ ਨਾਲ, ਜਿਵੇਂ ਇੱਕ ਮਮਤਾ ਦੇ ਨਾਲ ਕੋਈ ਦੇਖਦਾ ਨਾ ਆਪਣਿਆਂ ਨੂੰ, ਜਿਵੇਂ ਕੋਈ ਦੇਖਦਾ, ਇੰਜ ਹਜ਼ੂਰ ਪਾਤਸ਼ਾਹ ਉਸ ਪ੍ਰਵਾਹ ਹੋ ਰਹੇ ਸਰੀਰ ਦੇ ਵੱਲ ਵੀ ਆਪਣੀ ਮਿਹਰ ਦੀ ਸਵੱਲੀ ਨਿਗਾਹ ਕਰੀ ਜਾਂਦੇ ਹਨ। ਸਹਿਕਾਮੀ ਨਿਸ਼ਕਾਮੀ ਜਾਣੇ। ਤੇ ਨਾਲ ਦੀ ਨਾਲ ਸਾਹਿਬ ਪਾਤਸ਼ਾਹ ਜੀ ਇਹ ਵੀ ਜਾਣ ਜਾਂਦੇ ਨੇ ਇਹ ਸਹਿਕਾਮੀ ਹੈ, ਇਹ ਨਿਸ਼ਕਾਮੀ ਹੈ। ਭਾਵ ਸਹਿਕਾਮੀ ਨਿਸ਼ਕਾਮੀ ਅੱਜ ਵੀ ਗੁਰੂ ਘਰ ਵਿੱਚ ਸਹਿਕਾਮੀ ਨਿਸ਼ਕਾਮੀ ਸੇਵਕ ਹੁੰਦੇ ਨੇ। ਭਾਵ ਕੁਝ ਕਾਮਨਾ ਸਹਿਤ, ਕੁਝ ਸਾਡੇ ਤਰ੍ਹਾਂ ਮਾਇਆ ਤਨਖਾਹਾਂ ਲੈ ਕੇ ਕੰਮ ਕਰਨ ਵਾਲੇ, ਸੇਵਾ ਨਿਭਾਉਣ ਵਾਲੇ, ਕੁਝ ਨਿਸ਼ਕਾਮੀ ਭਾਵਨਾ ਵਾਲੇ ਹੁੰਦੇ ਆ। ਨਿਸ਼ਕਾਮ ਭਾਵ ਨਾਲ ਗੁਰੂ ਘਰ ਦੀ ਸਾਰੀ ਜ਼ਿੰਦਗੀ ਸੇਵਾ ਕਰਦੇ ਨੇ। ਸੋ ਇਸ ਤਰ੍ਹਾਂ ਕਿਸੇ ਦੀ ਵੀ ਅਜਾਈ ਨਹੀਂ ਜਾਂਦੀ। ਪਰ ਹਜ਼ੂਰ ਪਾਤਸ਼ਾਹ ਹੁਣ ਦੇਖ ਰਹੇ ਸਹਿਕਾਮੀ ਨਿਸ਼ਕਾਮੀ ਦੋਨਾਂ ਦੇ ਸਰੀਰਾਂ ਵੱਲ ਨਿਗਾਹ ਕਰਦੇ ਨੇ। ਇਹ ਸਹਿਕਾਮੀ ਭਾਵ ਕੁਝ ਸਿੱਖ ਜਿਹੜੇ ਕਾਮਨਾ ਸਹਿਤ ਗੁਰੂ ਕੀਆਂ ਫੌਜਾਂ 'ਚ ਸੇਵਾ ਨਿਭਾਉਂਦੇ ਸੀ, ਕੁਝ ਨਿਸ਼ਕਾਮ ਭਾਵ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਵਿਚਰਦੇ ਨੇ। ਹਜ਼ੂਰ ਦੋਨਾਂ ਵੱਲ ਦੇਖੀ ਜਾ ਰਹੇ ਹਨ। ਭੋਗ ਮੋਖ ਬਖਸ਼ੀ ਤਿਸ ਥਾਨੇ। ਤੇ ਜਿਹੜੇ ਹੁਣ ਸਹਿਕਾਮੀ ਹਨ ਉਹਨਾਂ ਨੂੰ ਹਜ਼ੂਰ ਪਾਤਸ਼ਾਹ ਜੀ ਨੇ ਭੋਗ ਮੋਖ ਤੇ ਸਥਾਨੇ, ਉਸੇ ਥਾਂ ਦੇ ਉੱਤੇ ਬਹਿ ਕੇ ਹਜ਼ੂਰ ਪਾਤਸ਼ਾਹ ਜੀ ਨੇ ਅਸੀਸਾਂ ਦਿੱਤੀਆਂ, ਵਰ ਬਖਸ਼ਿਸ਼ ਕੀਤੇ, ਉਹਨਾਂ ਨੂੰ ਮੋਕਸ਼ ਪਦਵੀਆਂ ਬਖਸ਼ਿਸ਼ ਕੀਤੀਆਂ। ਉਹਨਾਂ ਨੂੰ ਅਗਾਂਹ ਚੱਲ ਕੇ ਸੋਹਣੇ ਸੰਸਾਰ ਦੇ ਉੱਤੇ ਅਗਾਂਹ ਚੱਲ ਕੇ ਜਦੋਂ ਮੋਕਸ਼ ਪਦ ਪ੍ਰਾਪਤ ਹੋ ਗਏ, ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਸਮਾ ਜਾਵਣ,
ਭੋਗ ਮੋਖ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਸਹਿਕਾਮੀ ਕੋ ਪ੍ਰਿਥਵੀ ਰਾਜ, ਜਿਹੜੇ ਸਹਿਕਾਮੀ ਨੇ ਨਾ ਉਹਨਾਂ ਨੂੰ ਹਜੂਰ ਪਾਤਸ਼ਾਹ ਜੀ ਨੇ ਧਰਤੀ ਦੇ ਰਾਜ ਭਾਗ ਬਖਸ਼ਿਸ਼ ਕੀਤੇ। ਨਿਸ਼ਕਾਮੀਆਂ ਨੂੰ ਸਵੈ ਸਰੂਪ ਮੁਕਸ਼ ਪਦਵੀਆਂ ਬਖਸ਼ਿਸ਼ ਕੀਤੀਆਂ। ਜਿਹੜੇ ਸਹਿਕਾਮੀ ਸਨ ਖੈਰ ਉਹਨਾਂ ਨੂੰ ਹਜੂਰ ਪਾਤਸ਼ਾਹ ਜੀ ਨੇ ਧਰਤੀ ਦੇ ਰਾਜ ਬਖਸ਼ਿਸ਼ ਕੀਤੇ, ਵੀ ਇਹਨਾਂ ਨੇ ਅਗਾਂਹ ਚੱਲ ਕੇ ਜਦੋਂ ਫਿਰ ਪਰਤ ਕੇ ਸੰਸਾਰ ਦੇ ਉੱਤੇ ਆਉਣਾ ਹੈ, ਕਿਉਂਕਿ ਕਾਮਨਾ ਸਹਿਤ ਜੀਵਨ ਸੀਗਾ ਤੇ ਕਾਮਨਾ ਸਹਿਤ ਜੀਵਨ ਪਰਤ ਕੇ ਸੰਸਾਰ ਤੇ ਆਵੇਗਾ, ਜ਼ਰੂਰ ਆਵੇਗਾ। ਤਾਂ ਹਜੂਰ ਪਾਤਸ਼ਾਹ ਜੀ ਨੇ ਅਸੀਸਾਂ ਬਖਸ਼ੀਆਂ। ਇਹ ਜਦੋਂ ਪਰਤ ਕੇ ਸੰਸਾਰ ਤੇ ਜੀਵਨ ਧਾਰਨ ਕਰਨਗੇ, ਇਹਨਾਂ ਕੋਲ ਸੋਹਣੇ ਰਾਜ ਭਾਗ ਹੋਣਗੇ, ਇਹਨਾਂ ਕੋਲ ਧਰਤੀਆਂ ਦੇ ਰਾਜ ਹੋਵਣਗੇ। ਬਖਸ਼ਿਓ ਸੰਗ ਹੀ ਸਕਲ ਸਮਾਜ, ਇੰਜ ਹਜੂਰ ਪਾਤਸ਼ਾਹ ਜੀ ਨੇ ਬਹੁਤ ਸੰਗ ਸਮਾਜ ਜਿਹੜਾ ਹੈ, ਬਹੁਤ ਵੱਡੀਆਂ ਅਸੀਸਾਂ, ਪਦਵੀਆਂ, ਮੁਰਾਤਬੇ, ਧਰਤੀ ਦੇ ਰਾਜ ਭਾਗ ਬਖਸ਼ਿਸ਼ ਕੀਤੇ। ਨਿਸ਼ਕਾਮੀ ਕੇ ਬੰਧ ਨਿਵਾਰੇ, ਜਿਹੜੇ ਨਿਸ਼ਕਾਮੀ ਸਨ, ਜਿਹੜੇ ਕਾਮਨਾ ਰਹਿਤ ਹੋ ਕਰਕੇ ਗੁਰੂ ਕੀ ਸੇਵਾ ਵਿੱਚ ਸਨ, ਉਹਨਾਂ ਦੇ ਸਾਰੇ ਆਵਣ ਜਾਵਣ ਦੇ ਬੰਧਨ ਜਿਹੜੇ ਹਨ ਹਜੂਰ ਪਾਤਸ਼ਾਹ ਜੀ ਨੇ ਕੱਟ ਦਿੱਤੇ ਹਨ। ਦਈ ਮੁਕਤ ਜਾਣੇ ਅਤ ਪਿਆਰੇ, ਅਤ ਪਿਆਰੇ ਜਾਣ ਕੇ। ਵੈਸੇ ਗੁਰੂ ਨੂੰ ਸਾਰੇ ਹੀ ਸਿੱਖ ਪਿਆਰੇ ਨੇ, ਪਰ ਨਿਸ਼ਕਾਮੀ ਜਿਹੜੇ ਨੇ ਉਹ ਅਤ ਪਿਆਰੇ ਹਨ। ਤਾਂ ਹਜੂਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਈ ਮੁਕਤ, ਉਹਨਾਂ ਨੂੰ ਮੁਕਤੀ ਦੀ ਦਾਤ ਜਿਹੜੀ ਉਹ ਬਖਸ਼ਿਸ਼ ਕਰ ਦਿੱਤੀ ਹੈ। ਸਕਲ ਸਿੱਖ ਜਬ ਦੀਏ ਬਹਾਏ, ਜਦੋਂ ਸਾਰੇ ਗੁਰਸਿੱਖਾਂ ਦੇ ਸਰੀਰ ਇੰਜ ਬਹਾ ਦਿੱਤੇ ਗਏ, ਹਜ਼ੂਰ ਦੇ ਨਿਗਾਹ ਦੇ ਸਾਹਮਣੇ ਜਲ ਪ੍ਰਵਾਹ ਕਰ ਦਿੱਤੇ ਗਏ ਹਨ। ਪੁਨ ਤੁਰਕਨ ਕੀ ਲੋਥਨ ਲਿਆਏ, ਹੁਣ ਤੁਰਕਾਂ ਦੇ ਸਰੀਰ ਲਿਆਉਣੇ ਸ਼ੁਰੂ ਕਰ ਦਿੱਤੇ ਗੁਰਸਿੱਖਾਂ ਨੇ। ਦੇਖੋ ਜੰਗ ਤੇ ਬੜੇ ਸੰਸਾਰ ਤੇ ਹੋਏ ਨੇ, ਬੜੇ ਸੰਸਾਰ ਤੇ ਜੰਗ ਹੁੰਦੇ ਰਹਿੰਦੇ ਨੇ, ਅੱਜ ਵੀ ਕੁਝ ਦੇਸ਼ ਲੜਦੇ ਮਰਦੇ ਪਏ ਨੇ, ਬੜਾ ਕੁਝ ਸੰਸਾਰ ਤੇ ਹੁੰਦਾ। ਪਰ ਗੁਰੂ ਸਾਹਿਬ ਜੀ ਨੇ ਜਿਹੜੇ ਜੰਗ ਲੜੇ ਨੇ, ਇਹਨਾਂ ਦੀ ਵਿਲੱਖਣਤਾ ਹੀ ਇਹ ਸੀ ਕਿ ਜੇ ਉਹ ਸੂਰਮੇ ਸਨ, ਭਾਵ ਅਬਦੁਲ ਖਾਂ ਉਹਦੇ ਪੁੱਤਰ, ਉਹਦੇ ਜਰਨੈਲ, ਉਹਨਾਂ ਨੂੰ ਉਹਨਾਂ ਦੇ ਧਰਮ ਮੁਤਾਬਕ ਹਜੂਰ ਪਾਤਸ਼ਾਹ ਜੀ ਨੇ ਦਫਨਾਇਆ। ਫਿਰ ਜਿਹੜੇ ਉਹਨਾਂ ਦੇ ਬਾਕੀ ਸਿਪਾਹੀ ਸਨ, ਉਹਨਾਂ ਨੂੰ ਵੀ ਹਜੂਰ ਪਾਤਸ਼ਾਹ ਉਹਨਾਂ ਦੀਆਂ ਵੀ ਲੋਥਾਂ ਸਾਂਭਦੇ ਪਏ ਨੇ। ਜਿੰਨੇ ਵੀ ਜੰਗ ਪਾਤਸ਼ਾਹ ਨੇ ਲੜੇ, ਕਦੀ ਇਹ ਨਹੀਂ ਕਿਹਾ ਵੀ ਇਹ ਤਾਂ ਦੁਸ਼ਮਣਾਂ ਦੇ ਸਰੀਰ ਨੇ, ਇਹਨਾਂ ਦੇ ਨਾਲ ਇੰਝ ਕਰ ਦਿਓ, ਉਂਝ ਕਰ ਦਿਓ। ਅੱਜ ਵੀ ਮੁਲਕਾਂ ਦੀ ਲੜਾਈ ਵੇਖੀ ਦੀ ਹੈ ਵੀ ਦੁਸ਼ਮਣ ਦਾ ਸਰੀਰ ਹੋਵੇ ਤੇ ਮਰੇ ਸਰੀਰ ਨੂੰ ਹੀ ਠੁੱਡੇ ਮਾਰੀ ਜਾਣਗੇ, ਮਰੇ ਸਰੀਰ ਨੂੰ ਹੀ ਬੰਦੂਕਾਂ ਦੇ ਬੱਟ ਮਾਰੀ ਜਾਣਗੇ, ਮਰੇ ਸਰੀਰ ਦੇ ਉੱਤੇ ਹੀ ਵਾਰ ਕਰੀ ਜਾਣਗੇ ਵੀ ਇਹ ਦੁਸ਼ਮਣ ਦਾ ਸਰੀਰ ਹੈ ਜੀ, ਇਹ ਦੁਸ਼ਮਣ ਦੇ ਲੋਕ ਨੇ ਸਾਡੇ, ਭਾਵੇਂ ਮਰ ਚੁੱਕੇ ਨੇ ਫਿਰ ਵੀ ਉਹਨਾਂ ਦੇ ਉੱਤੇ ਪ੍ਰਹਾਰ ਕਰਦੇ ਨੇ। ਪਰ ਗੁਰੂ ਸਾਹਿਬ ਜੀ ਦੀ ਵਿਲੱਖਣਤਾ ਹੀ ਸਾਰਿਆਂ ਨਾਲੋਂ ਵੱਖਰੀ ਗੁਰੂ ਕੇ ਜੰਗ ਦੀ। ਹਜੂਰ ਪਾਤਸ਼ਾਹ ਜੀ ਨੇ ਕਿਹਾ ਸਾਰਿਆਂ ਦਾ ਸਤਿਕਾਰ ਕਰਨਾ। ਹੁਣ ਤੁਰਕਾਂ ਦੇ ਸਰੀਰ ਜਿਹੜੇ ਹਨ ਉਹ ਵੀ ਗੁਰਸਿੱਖ ਹੀ ਚੁੱਕ ਕੇ ਲਿਆਉਂਦੇ ਪਏ ਨੇ। ਕਿਤੇ ਮਿਲੇਗਾ ਐਸਾ ਜੰਗ, ਮੈਂ ਜ਼ਿਕਰ ਕਰਾਂ, ਬੜੇ ਮੁਲਕ ਲੜਦੇ ਨੇ ਆਪਸ ਵਿੱਚ, ਮਰੇ ਸਰੀਰਾਂ ਨੂੰ ਮਾਰਦੇ ਨੇ, ਚੁੱਕਣਾ ਤੇ ਗੱਲ ਹੀ ਬੜੀ ਦੂਰ ਦੀ। ਪਰ ਗੁਰਸਿੱਖ ਹੀ ਤੁਰਕਾਂ ਦੇ ਸਰੀਰਾਂ ਨੂੰ ਚੁੱਕ ਕੇ ਲਿਆ ਰਹੇ ਨੇ। ਇਹ ਨਹੀਂ ਕਹਿ ਰਹੇ ਕਿ ਮਹਾਰਾਜ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਸਾਡੇ ਵੀਰ, ਜਿਨ੍ਹਾਂ ਸਾਡੇ ਨਾਲ ਦੇ ਗੁਰਸਿੱਖ ਭਰਾ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕੀਤਾ, ਅਸੀਂ ਤੇ ਇਹਨਾਂ ਦੇ ਸਰੀਰਾਂ ਨੂੰ ਹੱਥ ਨਹੀਂ ਲਾਵਾਂਗੇ। ਨਹੀਂ, ਗੁਰਸਿੱਖ ਹੀ ਉਹਨਾਂ ਤੁਰਕਾਂ ਦੇ ਸਰੀਰਾਂ ਨੂੰ ਚੁੱਕ ਕੇ ਲਿਆ ਰਹੇ ਹਨ। ਉਤੇ ਸਹੰਸਰ ਪੰਚ ਦਸ ਜੇਈ, ਜਿਹੜਾ 15,000 ਸਿਪਾਹੀ ਸਤਿਗੁਰੂ ਪਾਤਸ਼ਾਹ ਉੱਤੇ ਚੜ੍ਹਾਈ ਕਰਕੇ ਆਇਆ ਸੀ, ਬਚੇ 1000 ਪਲਾਏ ਸੋ ਤੇਈ, ਜਿਸ ਦੇ ਵਿੱਚੋਂ 1000 ਬਚ ਗਿਆ, ਜਿਹੜੇ ਭੱਜ ਗਏ ਸਨ, ਜਿਨ੍ਹਾਂ ਨੇ ਜਦੋਂ ਵੇਖਿਆ ਕਿ ਜੰਗ ਅਸੀਂ ਹਾਰ ਗਏ ਹਾਂ, ਪਿਛਾਂਹ ਮੁੜ ਗਏ, ਆਪਣੀ ਜਾਨ ਬਚਾ ਕੇ ਭੱਜ ਗਏ। ਭੱਜੇ ਜਾਂਦਿਆਂ ਮਗਰ ਵੀ ਗੁਰੂ ਕੇ ਸਿੱਖ ਜਦੋਂ ਪਏ ਤਾਂ ਉਹਨਾਂ ਗੁਰੂ ਦਾ ਵਾਸਤਾ ਪਾ ਕੇ ਜਾਨ ਛਡਾਈ ਆਪਣੀ। ਪਰ 14,000 ਸਿਪਾਹੀ ਮਾਰਿਆ ਗਿਆ ਹੈ। ਅਪਰ ਮਰੇ ਸਭ ਲੈ ਲੈ ਆਵੇ, ਇੰਜ ਗੁਰੂ ਕੇ ਸਿੱਖ ਤੇ ਨਗਰ ਵਿੱਚੋਂ ਲਿਆਂਦੇ ਹੋਏ ਮਜ਼ਦੂਰ ਜਾਂ ਹੋਰ ਜਿਹੜੇ ਪੁਰਖ ਹਨ, ਉਹ ਇਹਨਾਂ ਮਰੇ ਹੋਏ ਤੁਰਕਾਂ ਦੇ ਸਰੀਰ ਲੈ ਲੈ ਆਵੇ, ਚੁੱਕ ਚੁੱਕ ਕੇ ਲਈ ਆ ਰਹੇ ਹਨ। ਬਹੁਰ ਟਾਂਗ ਕੋ ਗਹਿ ਬਗਾਵੇ, ਤੇ ਇਸ ਤਰ੍ਹਾਂ ਲੱਤਾਂ ਤੋਂ ਫੜ ਕੇ ਜ਼ੋਰ ਦੇ ਨਾਲ ਪਾਣੀ ਦੇ ਵਿੱਚ ਸੁੱਟ ਦਿੰਦੇ ਹਨ, ਕਿਨਾਰੇ ਦੇ ਉੱਤੇ ਖੜ ਕੇ। ਜਲ ਕੇ ਜੰਤ ਹਜ਼ਾਰੋ ਆਏ, ਇਸ ਤਰ੍ਹਾਂ ਜਿਵੇਂ ਤੁਸੀਂ ਆਮ ਹੀ ਦੇਖੋ, ਕਦੀ ਨਦੀ ਦੇ ਕਿਨਾਰੇ ਤੇ ਖੜ ਕੇ ਵੈਸੇ ਨਿਗਾਹ ਮਾਰੋ ਤੇ ਤੁਹਾਨੂੰ ਕੋਈ ਇੱਕ ਅੱਧੀ ਮੱਛੀ ਦਿਸੇਗੀ, ਥੋੜਾ ਜਿਹਾ ਆਟਾ ਪਾਉਣ ਲੱਗ ਜਾਓ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਮੱਛੀਆਂ ਦਾ ਝੁੰਡ ਕਿੱਥੋਂ ਆ ਗਿਆ। ਇਸ ਤਰ੍ਹਾਂ ਹੁਣ ਜਿਸ ਥਾਂ ਤੇ ਵਾਰ-ਵਾਰ ਇਹ ਮੁਰਦਾ ਸਰੀਰ ਸੁੱਟੇ ਜਾ ਰਹੇ ਨੇ ਤੁਰਕਾਂ ਦੇ, ਤਾਂ ਉੱਥੇ ਜਲ ਕੇ ਜੰਤ, ਜਿਹੜੇ ਜੀਵ ਜੰਤੂ ਹਨ ਪਾਣੀ ਦੇ ਵਿੱਚ ਇਹਨਾਂ ਨੂੰ ਖਾਣ ਵਾਲੇ, ਉਹ ਇੱਕਦਮ ਬਹੁਤ ਵੱਡੀ ਗਿਣਤੀ ਵਿੱਚ ਉਸ ਥਾਂ ਤੇ ਇਕੱਠੇ ਹੋ ਗਏ ਨੇ ਤੇ ਖਾਣਾ ਸ਼ੁਰੂ ਕਰ ਦਿੰਦੇ ਹਨ। ਆਮਿਖ ਕਾਟ ਕਾਟ ਸਭ ਖਾਏ, ਤੇ ਜਿਵੇਂ ਹੀ ਕੋਈ ਸਰੀਰ ਪਾਣੀ ਵਿੱਚ ਡਿੱਗਦਾ ਹੈ,
ਉਹਦੇ ਮਾਸ ਨੂੰ ਕਾਟ ਕਾਟ ਆਪਣੇ ਦੰਦਾਂ ਨਾਲ ਬੋਟੀ ਬੋਟੀ ਤੋੜ ਕੇ ਖਾਣ ਲੱਗ ਪੈਂਦੇ ਹਨ। ਬ੍ਰਿੰਦ ਮਨੁਜ ਲਾਗੇ ਤਹਿ ਲਿਆਵਨ। ਇਸ ਤਰ੍ਹਾਂ ਬਹੁਤ ਮਨੁੱਖ ਜਿਹੜੇ ਹਨ ਉਹ ਰਲ ਕੇ ਲਾਗੇ ਤੇ ਲਿਆਵਣ, ਇਹਨਾਂ ਤੁਰਕਾਂ ਨੂੰ ਚੁੱਕ ਚੁੱਕ ਕੇ ਲਿਆਵਣ ਲੱਗੇ। ਤੂਰਨ ਕਰਹਿ ਨਦੀ ਮਹਿ ਪਾਵਨ। ਤੇ ਤੁਰੰਤ ਲਿਆ ਕਰਕੇ ਨਦੀ ਵਿੱਚ ਸੁੱਟ ਦਿੰਦੇ ਨੇ। ਇਹਨਾਂ ਨੂੰ ਪਹਿਲਾਂ ਗੱਲ ਤਾਂ ਇਹਨਾਂ ਦਾ ਨਾਂ ਪਤਾ ਹੀ ਨਹੀਂ, ਫਿਰ ਇਹਨਾਂ ਨੂੰ ਹਜ਼ੂਰ ਪਾਤਸ਼ਾਹ ਜੀ ਦੇ ਸਾਹਮਣੇ ਵੀ ਨਹੀਂ ਬਹੁਤਾ ਕਰਦੇ, ਬਸ ਲਈ ਆ ਰਹੇ ਨੇ ਕਿੰਨੇ ਕਿੰਨੇ ਸਮੂਹ ਰੂਪ ਵਿੱਚ ਤੇ ਲਿਆ ਕੇ ਨਦੀ ਵਿੱਚ ਸੁੱਟੀ ਜਾ ਰਹੇ ਹਨ। ਸਕਲ ਖੇਤ ਰਣ ਕੇ ਜੇ ਮਰੇ। ਇਸ ਤਰ੍ਹਾਂ ਰਣ ਖੇਤ ਦੇ ਅੰਦਰ, ਰਣ ਭੂਮੀ ਵਿੱਚ ਜਿੰਨੇ ਵੀ ਮਰੇ ਹਨ, ਨਰਗਨ ਆਨ ਆਨ ਬਲ ਕਰੇ। ਇਹਨਾਂ ਸਾਰਿਆਂ ਨੂੰ ਕਈ ਕਈ ਮਨੁੱਖਾਂ ਨੇ ਲੱਗ ਕੇ ਰਲ ਕੇ ਲਿਆ ਕੇ ਚੁੱਕ ਕੇ ਇਹਨਾਂ ਨੂੰ ਲਿਆ ਕਰਕੇ ਜਲ ਪ੍ਰਵਾਹ ਕੀਤਾ ਹੈ। ਕੋ ਸਿਆਲ ਕੇ ਹੈ ਅਧ ਖਾਏ। ਕਈ ਸਰੀਰ ਤਾਂ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੂੰ ਪਿੱਛੇ ਦਾਸਤਾਂ ਆਈ ਕਿ ਜਦੋਂ ਇਹ ਜੰਗ ਭਖਿਆ ਹੋਇਆ ਸੀ, ਉੱਥੇ ਜੋਗਣੀਆਂ ਵੀ ਆਈਆਂ, ਉੱਥੇ ਗਿੱਦੜ ਵੀ ਆਏ, ਉੱਥੇ ਇੱਲਾਂ ਵੀ ਆਈਆਂ, ਹੋਰ ਵੀ ਕਈ ਜਾਨਵਰ ਆ ਕੇ ਇਹਨਾਂ ਦਾ ਮਾਸ ਭਖਸ਼ਨ ਕਰਨ ਲੱਗੇ। ਸੋ ਬੜੇ ਸਰੀਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਮਾਸ ਇਹਨਾਂ ਸਿਆਲਾਂ ਨੇ ਖਾ ਲਿਆ ਹੈ। ਅੰਗ ਭੰਗ ਕਰ ਵਾਰਨ ਘਾਏ। ਤੇ ਕਈਆਂ ਦੇ ਕਰ ਵਾਰਨ ਭਾਵ ਕਿ ਤਲਵਾਰਾਂ ਦੇ ਵਾਰ ਲੱਗ ਲੱਗ ਕੇ ਅੰਗ ਭੰਗ ਹੋਏ ਪਏ ਹਨ। ਭਾਵ ਕਿਸੇ ਦੀ ਬਾਂਹ ਕੱਟੀ ਹੋਈ, ਕਿਸੇ ਦੀ ਲੱਤ ਕੱਟੀ ਹੋਈ ਹੈ, ਕਿਸੇ ਦਾ ਸਿਰ ਹੀ ਨਹੀਂ ਧੜ ਦੇ ਨਾਲ ਹੈਗਾ। ਸੋ ਇਸ ਤਰ੍ਹਾਂ ਕਈ ਬੜੀ ਬੁਰੀ ਤਰ੍ਹਾਂ ਘਾਇਲ ਹੋ ਕੇ ਮਰੇ ਹੋਏ ਹਨ। ਸਾਰਾ ਸਾਰਾ ਸਰੀਰ ਜਿਹੜਾ ਹੈ ਉਹ ਖੂਨ ਦੇ ਨਾਲ ਐਨ ਗੜੁੱਚ ਹੋਇਆ ਪਿਆ ਹੈ ਤੇ ਕਈਆਂ ਦਾ ਕੋਈ ਅੰਗ ਜਿਹੜਾ ਉਹ ਸਾਬਤ ਨਹੀਂ ਹੈ। ਧਰ ਧਰ ਸਭ ਕੋ ਵਿੱਚ ਵਗਾਵੇ। ਇਸ ਤਰ੍ਹਾਂ ਪਕੜ ਪਕੜ ਕੇ ਸਾਰਿਆਂ ਨੂੰ ਜਲ ਦੇ ਵਿੱਚ ਵਗਾਵੇ ਸੁੱਟੀ ਜਾ ਰਹੇ ਹਨ। ਉਛਰਹਿ ਨੀਰ ਲੀਨ ਹੋਏ ਜਾਵੇ। ਤੇ ਜਦੋਂ ਜ਼ੋਰ ਦੀ ਪਾਣੀ ਵਿੱਚ ਸੁੱਟਦੇ ਹਨ ਨਾ, ਨੀਰ ਪਾਣੀ ਜਿਹੜਾ ਉਹ ਜ਼ੋਰ ਦੇ ਨਾਲ ਉਛਲਦਾ। ਆਪਾਂ ਅੱਜ ਵੀ ਕੋਈ ਚੀਜ਼ ਜ਼ੋਰ ਦੀ ਪਾਣੀ ਵਿੱਚ ਸੁੱਟੋ, ਤੁਸੀਂ ਇੱਕ ਵੱਟਾ ਹੀ ਪਾਣੀ 'ਚ ਸੁੱਟ ਦਿਓ ਤੇ ਕਿੰਨੀਆਂ ਛਿੱਟਾਂ ਤਾਂ ਨੂੰ ਉੱਡਦੀਆਂ ਨੇ। ਹੁਣ ਐਡਾ ਭਾਰੀ ਐਡੇ ਆਕਾਰ ਦਾ ਸਰੀਰ ਜਦੋਂ ਕਿੰਨੀ ਉਚਾਈ ਤੋਂ ਜ਼ੋਰ ਦੀ ਨਾਲ ਚਲਾ ਕੇ ਪਾਣੀ ਦੇ ਵਿੱਚ ਮਾਰਿਆ ਜਾਂਦਾ ਹੈ ਤਾਂ ਕਾਫੀ ਜ਼ਿਆਦਾ ਪਾਣੀ ਜਿਹੜਾ ਉਹ ਤਾਂ ਨੂੰ ਛਿੱਟਾਂ ਉੱਡਦੀਆਂ ਨੇ ਵੱਡੇ ਰੂਪ ਅੰਦਰ। ਪਰ ਦੇਖਦਿਆਂ ਹੀ ਦੇਖਦਿਆਂ ਤੇਜ਼ ਪ੍ਰਵਾਹ ਹੈ ਜਲ ਦਾ, ਬਿਆਸਾ ਦਰਿਆ ਦਾ। ਜਿਵੇਂ ਹੀ ਸਰੀਰ ਸੁੱਟਦੇ ਨੇ ਜ਼ੋਰ ਦੀ ਪਾਣੀ ਉਤਾਂ ਨੂੰ ਉਛਲਦਾ, ਫਿਰ ਵਾਪਸ ਡਿੱਗਦਾ। ਬਸ ਇੰਨੇ ਦੇ ਵਿੱਚ ਹੀ ਉਹ ਸਰੀਰ ਅੱਖੋਂ ਓਹਲੇ ਹੋ ਜਾਂਦਾ ਹੈ ਤੇ ਵਹਿੰਦੇ ਹੋਏ ਪਾਣੀ ਦੇ ਨਾਲ ਵਹਿਣ ਲੱਗਦਾ ਹੈ। ਸਭ ਉਚਵਾਏ ਨਦੀ ਗਿਰਵਾਏ। ਇਹ ਸਾਰੇ ਸਰੀਰ ਜਿਹੜੇ ਹਨ ਉਚਵਾਏ, ਚੁਕਵਾ ਕਰਕੇ ਹਜ਼ੂਰ ਪਾਤਸ਼ਾਹ ਜੀ ਨੇ ਬਿਆਸਾ ਨਦੀ, ਬਿਆਸਾ ਦਰਿਆ ਵਿੱਚ ਗਿਰਵਾਏ, ਭਾਵ ਉੱਥੇ ਜਲ ਪ੍ਰਵਾਹ ਕਰਵਾ ਦਿੱਤੇ ਹਨ। ਸਕਲ ਸਥਾਨ ਭਲੋ ਕਰਵਾਏ। ਇਹ ਸਾਰਾ ਸਥਾਨ ਜਿਹੜਾ ਸੀ ਨਾ, ਇਹ ਜਿੰਨੀ ਰਣ ਭੂਮੀ ਸੀ, ਇਹ ਜਿੰਨਾ ਮੈਦਾਨ ਸੀ, ਇਹ ਸਾਰਾ ਭਲੋ ਕਰਵਾਏ। ਆਵੇ ਮੁਰਦਾ ਸਰੀਰ ਜਲ ਪ੍ਰਵਾਹ ਕਰਵਾ ਕੇ ਇਹ ਸਾਰੀ ਜਗ੍ਹਾ ਫਿਰ ਸਾਫ਼ ਹੋ ਗਈ ਹੈ। ਸਾਫ਼ ਦਾ ਭਾਵ ਇਹ ਨਹੀਂ ਕਿ ਉੱਥੇ ਕੋਈ ਸਫਾਈ ਕੀਤੀ ਗਈ, ਭਾਵ ਇਹ ਹੈ ਕਿ ਜੇ ਇਹ ਸਰੀਰ ਉੱਥੇ ਪੈ ਰਹਿੰਦੇ ਤਾਂ ਬਹੁਤ ਵੱਡੀ ਇੱਕ ਬਿਮਾਰੀ ਫੈਲ ਸਕਦੀ ਸੀ। ਜਿਵੇਂ ਅੱਜ ਵੀ ਬੜੇ ਸਰੀਰ ਜਿਹੜੇ ਨੇ ਸੰਸਾਰ ਤੋਂ ਇਸ ਤਰ੍ਹਾਂ ਬੜੇ ਲੋਕ ਜਿਹੜੇ ਨੇ ਉਹ ਕੂਚ ਕਰੀ ਜਾ ਰਹੇ ਨੇ ਇਸ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਕੇ। ਬੜੇ ਪਰਿਵਾਰਾਂ ਦੇ ਮੁਖੀ ਤੁਰ ਗਏ, ਬੜੀਆਂ ਪੰਥ ਦੀਆਂ ਮਹਾਨ ਹਸਤੀਆਂ ਤੁਰ ਗਈਆਂ। ਸੋ ਇਸ ਤਰ੍ਹਾਂ ਅੱਜ ਵੀ ਇਹਨਾਂ ਸਰੀਰਾਂ ਨੂੰ ਨਹੀਂ ਸਾਂਭਿਆ ਜਾ ਸਕਦਾ। ਬੜੀ ਵੱਡੀ ਗਿਣਤੀ ਵਿੱਚ ਆਪਾਂ ਖਬਰਾਂ ਸੁਣਦੇ, ਕਿਤੇ ਲਾਸ਼ਾਂ ਰੁੜਦੀਆਂ ਜਾ ਰਹੀਆਂ ਨੇ, ਕਿਤੇ ਸੰਸਕਾਰ ਕਰਨ ਦਾ ਪ੍ਰਬੰਧ ਨਹੀਂ ਹੈਗਾ, ਕਿਤੇ ਲੱਕੜਾਂ ਨਹੀਂ ਮਿਲਦੀਆਂ ਪਈਆਂ। ਪਰ ਫਿਰ ਵੀ ਕਿਵੇਂ ਨਾ ਕਿਵੇਂ ਸਾਰੇ ਪ੍ਰਬੰਧ ਕੀਤੇ ਜਾ ਰਹੇ, ਕਿਉਂਕਿ ਪਤਾ ਹੈ ਜੇ ਇਹ ਸਰੀਰ ਲੰਮਾ ਸਮਾਂ ਕਿਸੇ ਥਾਂ ਦੇ ਉੱਤੇ ਮੁਰਦਾ ਸਰੀਰ ਰਹੇ ਤਾਂ ਜਿਹੜੀ ਬਿਮਾਰੀ ਚੱਲ ਰਹੀ ਇਸ ਤੋਂ ਵੀ ਭਿਆਨਕ ਬਿਮਾਰੀ ਜਿਹੜੀ ਹੈ ਉਹ ਫੈਲ ਸਕਦੀ ਹੈ। ਇਹਦੇ ਦੋ ਕਾਰਨ ਅੱਜ ਸਾਡੇ ਸਾਹਮਣੇ ਆ ਰਹੇ ਨੇ। ਦੇਖੋ, ਇੱਕ ਤਾਂ ਜਿਉਂਦਿਆਂ ਨੂੰ ਸਾਹ ਨਹੀਂ ਮਿਲਦੇ ਪਏ ਤੇ ਮਰਿਆਂ ਨੂੰ ਲੱਕੜਾਂ ਨਹੀਂ ਮਿਲਦੀਆਂ ਪਈਆਂ। ਇਹਦੇ ਦੋਸ਼ੀ ਆਪਾਂ ਆਪ ਹੀ ਹਾਂ। ਜੇ ਜਿਉਂਦਿਆਂ ਨੂੰ ਸਾਨੂੰ ਅੱਜ ਸਾਹ ਨਹੀਂ ਮਿਲਦੇ, ਅਸੀਂ ਰੁੱਖ ਨਹੀਂ ਲਾਏ, ਤੇ ਜੇ ਸਾਨੂੰ ਮਰਿਆਂ ਨੂੰ ਲੱਕੜਾਂ ਨਹੀਂ ਮਿਲਦੀਆਂ ਤਾਂ ਵੀ ਅਸੀਂ ਰੁੱਖ ਨਹੀਂ ਲਾਏ। ਰੁੱਖਾਂ ਦਾ ਘਾਣ ਕੀਤਾ। ਬਣੇ ਹੋਏ ਸੋਹਣੇ ਵੱਡੇ ਵੱਡੇ ਰੁੱਖ ਜਿਹੜੇ ਮਨੁੱਖ ਨੇ ਆਪਣੇ ਹਿੱਤਾਂ ਦੇ ਵਾਸਤੇ, ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ, ਆਪਣੇ ਲਾਲਚ ਦੇ ਵਿੱਚ ਆ ਕਰਕੇ ਇੱਕ ਰੁੱਖ ਨੂੰ ਇਸ ਕਰਕੇ ਵੱਢ ਦਿੱਤਾ, ਮੇਰੇ ਪਰਿਵਾਰ ਦੀਆਂ ਲੋੜਾਂ, ਮੈਨੂੰ ਧਨ ਮਿਲ ਜਾਏਗਾ, ਪਰਿਵਾਰ ਦੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਪਰ ਇਹਦੇ ਨਾਲ ਕਿੰਨੇ ਲੋਕਾਂ ਦੀ ਚੁੱਪ ਚਪੀਤੇ ਜਾਨ ਚਲੀ ਗਈ, ਇਸ ਗੱਲ ਨੂੰ ਨਾ ਕਦੀ ਮਨੁੱਖ ਨੇ ਵਿਚਾਰਿਆ। ਪਰ ਮੈਂ ਜ਼ਰੂਰ ਬੇਨਤੀ ਕਰਾਂ, ਕਈ ਦਫਾ ਬੇਨਤੀ ਕਰੀ ਦੀ, ਕੁਝ ਦਿਨ ਪਹਿਲਾਂ ਵੀ ਸਰਵਣ ਕਰ ਰਹੇ ਸੀ, ਸਤਿਕਾਰਯੋਗ
ਸਾਡੇ ਸੀਨੀਅਰ ਕਥਾਵਾਚਕ ਜਿਵੇਂ ਕਹੀਏ ਬੜੇ ਪਿਆਰ ਵਾਲੇ ਭਾਈ ਸੁਖਦੇਵ ਸਿੰਘ ਜੀ, ਉਹ ਵੀ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ ਵੱਧ ਤੋਂ ਵੱਧ ਰੁੱਖ ਲਾਓ। ਉਹਨਾਂ ਵੀ ਬੜੇ ਪਿਆਰ ਨਾਲ ਬੇਨਤੀ ਕੀਤੀ। ਮੈਂ ਵੀ ਆਪ ਜੀ ਨੂੰ ਬੇਨਤੀ ਕਰਾਂ, ਜਿੰਨਾ ਕੁ ਜੀਵਨ ਸਾਡਾ ਰਹਿ ਗਿਆ, ਜਿੱਥੇ ਗੁਰੂ ਨੂੰ ਪਤਾ ਹੈ ਸਾਲ ਕੱਢਣਾ ਹੈ, ਦਿਨ ਕੱਢਣਾ ਹੈ, ਇੱਕ ਸਾਹ ਕੱਢਣਾ ਹੈ, ਕੋਈ 10 ਸਾਲ ਕੱਢਣੇ ਨੇ, ਕਮ ਸੇ ਕਮ ਜ਼ਿੰਦਗੀ 'ਚ ਕੋਸ਼ਿਸ਼ ਕਰੋ ਜਿਵੇਂ ਹਰ ਮਨੁੱਖ, ਹਰ ਬੱਚਾ ਆਪਣੇ ਜਨਮ ਦਿਨ ਵਾਲੇ ਦਿਨ ਹੋਰ ਕੁਝ ਕਰੇ ਨਾ ਕਰੇ, ਇਹ ਕਹਿੰਦਾ ਵੀ ਮੈਂ ਕੇਕ ਜ਼ਰੂਰ ਕੱਟਣਾ, ਨਹੀਂ ਤਾਂ ਰੁੱਸ ਜਾਂਦਾ ਨਿਆਣਾ। ਹਰ ਬੰਦਾ ਕਹਿੰਦਾ ਵੀ ਆਹ ਕੰਮ ਤਾਂ ਹੋਣਾ ਹੀ ਚਾਹੀਦਾ, ਬਾਕੀ ਕੋਈ ਰਹਿ ਜੇ ਪਾਵੇ। ਇਸੇ ਤਰ੍ਹਾਂ ਇੱਕ ਸੁਭਾਅ ਬਣਾ ਲਈਏ ਕਿ ਅਸੀਂ ਆਪਣੇ ਜਨਮ ਦਿਨ ਵਾਲੇ ਦਿਨ ਹੋਰ ਕੁਝ ਕਰੀਏ ਨਾ ਕਰੀਏ, ਕਮ ਸੇ ਕਮ ਇੱਕ ਰੁੱਖ ਜ਼ਰੂਰ ਲਾ ਦਿਆ ਕਰੀਏ। ਜੇ ਅਸੀਂ 10-15 ਸਾਲ ਵੀ ਕੱਢ ਜਾਈਏ ਕਿਤੇ, ਤੇ 10-15 ਰੁੱਖ ਅਸੀਂ ਆਪਣੀ ਜ਼ਿੰਦਗੀ 'ਚ ਲਾ ਸਕਦੇ ਹਾਂ। ਉਹਨਾਂ ਨੇ ਗੁਰੂ ਕੇ ਬਾਗਾਂ ਦੇ ਵੀ ਜ਼ਿਕਰ ਕੀਤੇ। ਸੋ ਇਸ ਤਰ੍ਹਾਂ ਆਪਾਂ ਕੋਸ਼ਿਸ਼ ਕਰੀਏ ਆਪਣੇ ਘਰਾਂ, ਪਿੰਡਾਂ, ਜਿੱਥੇ ਵੀ ਕਿਤੇ ਥਾਂ ਮਿਲਦੀ ਹੈ ਉੱਥੇ ਗੁਰੂ ਘਰਾਂ ਦੇ ਵਿੱਚ ਲਾ ਦਈਏ, ਆਪਣੇ ਘਰਾਂ 'ਚ ਲਾ ਦਈਏ, ਸੜਕਾਂ ਕਿਨਾਰੇ ਲਾ ਦਈਏ, ਫਿਰ ਉਹਨਾਂ ਰੁੱਖਾਂ ਨੂੰ ਪੁੱਤਾਂ ਦੀ ਤਰ੍ਹਾਂ ਸਾਂਭੀਏ ਵੀ। ਤੇ ਜੇ ਸਾਡਾ ਕੋਈ ਬਜ਼ੁਰਗ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਉਸ ਦਿਨ ਉਹਦੇ ਜਾਣ ਤੇ ਉਹਦੀ ਯਾਦਗਾਰ ਦੇ ਵਜੋਂ, ਜਿੱਥੇ ਆਪਾਂ ਵੱਖ-ਵੱਖ ਚੀਜ਼ਾਂ ਬਣਵਾਉਂਦੇ ਹਾਂ, ਗੁਰੂ ਘਰਾਂ ਵਿੱਚ ਚੀਜ਼ਾਂ ਚੜ੍ਹਾਉਂਦੇ ਹਾਂ, ਵੀ ਉਹਦੀ ਯਾਦ ਵਿੱਚ ਅਸੀਂ ਆਹ ਕਰਾ ਰਹੇ ਹਾਂ, ਇੱਕ ਰੁੱਖ ਲਾ ਲਿਆ ਕਰੀਏ। ਜੇ ਉਹਦੀ ਛਾਂ ਬੈਠਾਂਗੇ, ਇੰਝ ਸਮਝ ਲਾਂਗੇ ਅਸੀਂ ਆਪਣੇ ਬਜ਼ੁਰਗ ਦੀ ਛਾਂ ਵਿੱਚ ਬੈਠੇ ਹੋਏ ਹਾਂ। ਇਹ ਕੰਮ ਜ਼ਰੂਰ ਕਰੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਨਸਲਾਂ ਜਿਹੜੀਆਂ ਉਹ ਕਿਤੇ ਸੁੱਖ ਪ੍ਰਾਪਤ ਕਰ ਸਕਣ। ਜਿੰਨਾ ਚਿਰ ਸੰਸਾਰ 'ਤੇ ਰਹਿਣ ਉਹਨਾਂ ਚਿਰ ਸਾਹ ਸੁੱਖ ਦਾ ਲੈਣ, ਅਤੇ ਜਿਸ ਦਿਨ ਸੰਸਾਰ ਤੋਂ ਜਾਣ ਉਸ ਦਿਨ ਕਮ ਸੇ ਕਮ ਲੱਕੜਾਂ 'ਤੇ ਨਸੀਬ ਹੋ ਜਾਣ ਸਰੀਰਾਂ ਨੂੰ। ਇਹ ਜ਼ਰੂਰ ਕਰੀਏ। ਸੋ ਅੱਜ ਆਕਸੀਜਨ ਦੀ ਘਾਟ ਹੋ ਰਹੀ ਤਾਂ ਦੇਖੋ, ਬੇਨਤੀ ਕਰਦੇ ਕਿ ਤਖਤ ਸਾਹਿਬ ਜੀ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਯਤਨ ਕੀਤੇ ਜਾ ਰਹੇ। ਹੁਣ ਕੁਦਰਤ ਦੇ ਨਾਲ ਲੜਿਆ ਨਹੀਂ ਜਾ ਸਕਦਾ, ਕੁਦਰਤ ਦਾ ਰੂਪ ਨਹੀਂ ਧਾਰਿਆ ਜਾ ਸਕਦਾ। ਅਸੀਂ ਰੁੱਖ ਨਹੀਂ ਬਣ ਸਕਦੇ ਵੀ ਅਸੀਂ ਰੁੱਖ ਬਣ ਕੇ ਲੋਕਾਂ ਨੂੰ ਆਕਸੀਜਨ ਸਾਹ ਦੇ ਦਈਏ, ਪਰ ਹਾਂ ਰੁੱਖਾਂ ਵਾਲਾ ਰੂਪ ਧਾਰਨ ਕਰਕੇ ਉਹ ਆਕਸੀਜਨ ਜਿਹੜੀ ਹੈ ਘਰ ਘਰ ਦੇ ਵਿੱਚ ਪਹੁੰਚਾ ਜ਼ਰੂਰ ਸਕਦੇ ਆ। ਇਹਦੇ ਵਿੱਚ ਸਹਿਯੋਗ ਜ਼ਰੂਰ ਦਈਏ, ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਖੜੀਏ। ਇਹ ਵਿਪਤਾ ਕਿਸੇ ਇੱਕ ਧਰਮ ਦੇ ਉੱਤੇ ਨਹੀਂ ਪਈ, ਇਹ ਸਾਰਿਆਂ ਲੋਕਾਂ ਦੇ ਉੱਤੇ ਪਈ ਹੈ। ਸੋ ਹਜ਼ੂਰ ਪਾਤਸ਼ਾਹ ਜੀ ਨੇ ਸਮੇਂ ਨੂੰ ਨਿਹਾਰਿਆ ਕਿ ਜੇ ਇਹ ਲੋਥਾਂ, ਇਹ ਸਰੀਰ ਪਏ ਰਹੇ ਤੇ ਬੜੀ ਭਿਆਨਕ ਬਿਮਾਰੀ ਇਸ ਇਲਾਕੇ ਵਿੱਚ ਫੈਲੇਗੀ, ਜਿਹੜੀ ਸਾਂਭਣ ਤੋਂ ਪਰੇ ਹੋ ਜਾਵੇਗੀ। ਇਸ ਲਈ ਹਜ਼ੂਰ ਪਾਤਸ਼ਾਹ ਨੇ ਸਾਰੇ ਸਰੀਰ ਜਿਹੜੇ ਹਨ ਸੋ ਜਲ ਪ੍ਰਵਾਹ ਕਰਕੇ ਉਹ ਜਗ੍ਹਾ ਜਿਹੜੀ ਭਲੀ ਕਰਵਾ ਦਿੱਤੀ ਹੈ। ਉੱਠੇ ਗੁਰੂ ਪੁਨ ਗਮਨੇ ਡੇਰੇ। ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਫਿਰ ਉਸ ਥਾਂ ਤੋਂ ਉੱਠੇ ਨੇ, ਪੂਰੀ ਜ਼ਿੰਮੇਵਾਰੀ ਨਿਭਾ ਕੇ। ਸਾਰੇ ਤੁਰਕਾਂ ਦੇ ਸਰੀਰ ਜਦੋਂ ਜਲ ਪ੍ਰਵਾਹ ਹੋ ਗਏ, ਪਹਿਲਾਂ ਗੁਰਸਿੱਖਾਂ ਦੇ ਜਲ ਪ੍ਰਵਾਹ ਹੋ ਗਏ, ਫਿਰ ਹਜ਼ੂਰ ਪਾਤਸ਼ਾਹ ਉਸ ਥਾਂ ਤੋਂ ਉੱਠੇ ਤੇ ਆਪਣੇ ਡੇਰੇ ਨਿਜ ਸਥਾਨ ਤੇ ਆਏ ਹਨ। ਸੰਗ ਸਿੱਖ ਪਰ ਮੁਦਿਤ ਕਨੇਰੇ। ਤੇ ਨਾਲ ਜਿਹੜੇ ਗੁਰਸਿੱਖ ਆ ਰਹੇ ਨੇ ਮੁੱਦਤ ਕਨੇਰੇ, ਸਾਰੇ ਹੀ ਬੜੇ ਪ੍ਰਸੰਨ ਹਨ। ਰਣ ਕੀ ਬਾਤ ਅਨੇਕ ਕਰਨ ਤੇ। ਰਸਤੇ ਦੇ ਵਿੱਚ ਰਣ ਭੂਮੀ ਦੀਆਂ ਅਨੇਕਾਂ ਗੱਲਾਂ ਚੱਲ ਰਹੀਆਂ ਨੇ, ਕਿਉਂਕਿ ਜੰਗ ਤੇ ਸਾਰਿਆਂ ਨੇ ਲੜਿਆ। ਸਾਰੇ ਹੀ ਦੱਸਦੇ ਪਏ ਨੇ ਕਿ ਮਹਾਰਾਜ ਮੇਰੇ ਸਾਹਮਣੇ ਫਲਾਣਾ ਸੂਰਮਾ ਆਇਆ, ਮੈਂ ਇੰਝ ਉਹਨੂੰ ਮਾਰਿਆ, ਉਹਨੇ ਮੇਰੇ 'ਤੇ ਇੰਝ ਵਾਰ ਕੀਤਾ। ਇੱਕ ਦੂਜੇ ਨੂੰ ਦੱਸਦੇ ਨੇ ਅਸੀਂ ਇੰਝ ਲੜਨਾ ਕੀਤਾ। ਗੁਰੂ ਸਾਹਿਬ ਜੀ ਦੇ ਸੋਹਲੇ ਗੁਰੂ ਕੀ ਵਡਿਆਈ ਵੀ ਕਰ ਰਹੇ ਹਨ। ਇੰਝ ਸਾਰੀਆਂ ਗੱਲਾਂ ਜੰਗ ਦੀਆਂ ਚੱਲ ਰਹੀਆਂ ਹਨ। ਕਹਤ ਸੁਨਾਵੈ ਗੁਰ ਭਗਵੰਤੇ। ਇਸ ਤਰ੍ਹਾਂ ਭਗਵੰਤ ਸਰੂਪ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿ ਸੁਣਾ ਰਹੇ ਨੇ ਕਿ ਮਹਾਰਾਜ ਤੁਹਾਡੀ ਅਸੀਸ, ਤੁਹਾਡੇ ਥਾਪੜੇ ਨਾਲ ਅਸੀਂ ਇੰਝ ਜੰਗ ਲੜੇ ਹਾਂ। ਵੱਡੀ ਮਾਰ ਤੁਰਕਨ ਕੋ ਹੋਈ। ਇਸ ਤਰ੍ਹਾਂ ਤੁਰਕਾਂ ਨੂੰ ਬਹੁਤ ਵੱਡੀ ਮਾਰ ਪਈ ਹੈ, ਕਿਉਂਕਿ ਜਦੋਂ ਗਿਣਤੀ ਦੇ ਤੌਰ ਤੇ ਵੀ ਕਹੀਏ ਕਿਸੇ ਫੌਜ ਦਾ 14,000 ਸਿਪਾਹੀ ਮਾਰਿਆ ਜਾਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ। ਇੱਕ ਫੌਜ ਤਿਆਰ ਕਰਨੀ, ਉਸ ਫੌਜ ਨੂੰ ਤਿਆਰ ਕਰਨ 'ਤੇ ਕਿੰਨਾ ਸਮਾਂ ਲੱਗਦਾ ਹੈ। 14,000 ਬੰਦੇ ਨੂੰ ਕਿੰਨਾ ਸਮਾਂ ਉਹਨਾਂ ਨੇ, ਜਿਵੇਂ ਕਹਿ ਲਓ ਤਨਖਾਹਾਂ ਦਿੱਤੀਆਂ, ਉਹਨਾਂ ਨੂੰ ਜੰਗੀ ਅਭਿਆਸ ਕਰਵਾਏ, ਕਿੰਨੇ ਮਹਿੰਗੇ ਮੁੱਲ ਦੇ ਘੋੜੇ ਸਨ ਜਿਹੜੇ ਮਾਰੇ ਗਏ। ਅਰਬਾਂ ਖਰਬਾਂ ਦਾ ਨੁਕਸਾਨ ਹੁੰਦਾ ਹੈ, ਅਤੇ ਮਨੁੱਖਾਂ ਦਾ ਵੀ ਜਿਹੜਾ ਕਹਿਣ ਕਥਨ ਤੋਂ ਪਰੇ ਐਡੇ ਐਡੇ ਸੂਰਮੇ ਜਰਨੈਲ ਕਿਤੇ ਰੋਜ਼-ਰੋਜ਼ ਥੋੜ੍ਹੀ ਤਿਆਰ ਹੋ ਜਾਂਦੇ ਸਨ। ਸੋ ਇਸ ਤਰ੍ਹਾਂ ਮਨੁੱਖਾਂ ਦੇ ਤੌਰ 'ਤੇ ਵੀ ਜਦੋਂ ਦੇਖੀਏ ਤਾਂ ਬਹੁਤ ਵੱਡਾ ਨੁਕਸਾਨ ਉਹਨਾਂ ਤੁਰਕਾਂ ਦਾ ਹੋਇਆ ਹੈ। ਵਿਦਿਤ ਹੈ ਜਗਤ ਲਖੈ ਸਭ ਕੋਈ। ਤੇ ਸਿੱਖ ਗੱਲਾਂ ਕਰਦੇ ਨੇ, ਕਹਿੰਦੇ ਮਹਾਰਾਜ ਇਹ ਗੱਲ ਹੁਣ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਈ ਹੈ। ਚਲੋ ਸਮੇਂ ਦੇ ਨਾਲ ਅਗਾਂਹ ਵੀ ਪ੍ਰਗਟ ਹੋ ਜਾਣੀ ਹੈ, ਕਿਉਂਕਿ ਉਦੋਂ ਮੀਡੀਆ ਦਾ ਯੁੱਗ ਨਹੀਂ ਸੀ। ਆਪਾਂ ਅੱਜ ਇਸ ਗੱਲ ਨੂੰ ਸਰਵਣ ਕਰ ਰਹੇ ਹਾਂ। ਸੋ ਮਹਾਰਾਜ ਸਮੇਂ ਦੇ ਨਾਲ ਸਾਰੇ ਜਹਾਨ, ਸਾਰੀ ਦੁਨੀਆ ਵਿੱਚ ਇਹ ਗੱਲ ਪ੍ਰਗਟ ਹੋ ਜਾਵੇਗੀ। ਸਾਹੋ ਜਹਾਂ ਪੀ ਜਾਣਹਿ ਨੀਕੇ। ਤੇ ਮਹਾਰਾਜ ਇਸ ਜੰਗ ਦੇ ਨਾਲ ਨਾ ਜਿੱਤ ਤੇ ਪ੍ਰਾਪਤ ਹੋਈ ਹੀ ਹੋਈ,
ਪਰ ਇੱਕ ਹੋਰ ਬੜਾ ਵੱਡਾ ਫਾਇਦਾ ਹੋ ਗਿਆ ਕਿ ਕਮ ਸੇ ਕਮ ਸ਼ਾਹਜਹਾਨ ਨੂੰ ਹੁਣ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਲੱਗ ਗਿਆ। ਜਦੋਂ ਹੁਣ ਉਹਨੂੰ ਖਬਰਾਂ ਮਿਲੀਆਂ ਨੇ ਜਾਂ ਮਿਲ ਗਈਆਂ ਜਾ ਕੇ ਵੀ ਆਪਾਂ ਗੁਰੂ ਸਿੱਖਾਂ ਤੋਂ ਇੰਜ ਜੰਗ ਹਾਰ ਗਏ ਆ, ਮਹਾਰਾਜ ਇੱਕ ਵਾਰ ਤਾਂ ਉਹ ਚੰਗੀ ਤਰ੍ਹਾਂ ਸੋਚੇਗਾ। ਲਗੇ ਹੱਥ ਗੁਰ ਸਿੱਖਨ ਹੀ ਕੇ, ਤੇ ਉਹਨੂੰ ਹੁਣ ਗੁਰਸਿੱਖਾਂ ਦੇ ਹੱਥ ਲੱਗ ਗਏ ਨੇ ਇੱਕ ਵਾਰ। ਜਿਵੇਂ ਆਪਾਂ ਕਹਿੰਦੇ ਹੁੰਦੇ ਨਾ, ਇਹਨੂੰ ਇੱਕ ਵਾਰ ਹੱਥ ਲੱਗ ਜਾਣਗੇ ਨਾ ਫਿਰ ਰੋਜ਼-ਰੋਜ਼ ਪੰਗੇ ਨਹੀਂ ਲਵੇਗਾ ਆਪਣੇ ਨਾਲ। ਸੋ ਇੰਝ ਗੁਰਸਿੱਖ ਕਹਿੰਦੇ ਮਹਾਰਾਜ ਉਹਨੂੰ ਇੱਕ ਵਾਰ ਹੁਣ ਆਪਣੇ ਹੱਥ ਲੱਗ ਗਏ ਨੇ। ਪਹਿਲਾਂ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਹੋਇਆ, ਫਿਰ ਇਸ ਤੋਂ ਬਾਅਦ ਆਹ ਜੰਗ ਹੋਇਆ। ਹੁਣ ਉਹਨੂੰ ਇੱਕ ਵਾਰ ਚੰਗੀ ਤਰ੍ਹਾਂ ਕੰਨ ਹੋ ਗਏ ਹੈ ਕਿ ਜਿਨ੍ਹਾਂ ਗੁਰਸਿੱਖਾਂ ਨੂੰ ਅਸੀਂ ਸਮਝਦੇ ਹਾਂ ਵੀ ਇਹਨਾਂ ਤੋਂ ਕਿੱਥੇ ਲੜਿਆ ਜਾਂਦਾ ਹੈ। ਇਹ ਤਾਂ ਸਾਦੇ ਮੁਰਾਦੇ ਜੇ ਸਿੱਖ ਨੇ, ਇਹ ਤਾਂ ਸਾਧੂਆਂ ਵਾਲਾ ਭਾਵ ਕਿ ਗੁਰਸਿੱਖਾਂ ਵਾਲਾ ਸਾਦਾ ਮੁਰਾਦਾ ਲਿਬਾਸ ਪਾਉਣ ਵਾਲੇ ਨੇ, ਇਹ ਫਕੀਰੀ ਬਿਰਤੀ ਦੇ ਮਾਲਕ ਨੇ, ਇਹ ਕਿੱਥੇ ਸਾਡੀਆਂ ਫੌਜਾਂ ਨਾਲ ਲੜ ਲੈਣਗੇ। ਇਹਨਾਂ ਨੂੰ ਕੀ ਪਤਾ ਸ਼ਸਤਰ ਕਿਵੇਂ ਚਲਾਏ ਜਾਂਦੇ ਨੇ। ਹੁਣ ਕੇਰਾ ਉਹਨਾਂ ਨੂੰ ਕੰਨ ਹੋ ਗਏ ਨੇ, ਇੱਕ ਵਾਰ ਉਹਨਾਂ ਨੂੰ ਅਕਲ ਆ ਗਈ ਹੈ। ਆਨ ਆਪਨੇ ਸਿਵਰ ਬਿਰਾਜੇ, ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਦੇ ਨਾਲ ਗੁਰਸਿੱਖ ਚੱਲੇ ਆ ਰਹੇ ਨੇ ਤੇ ਆ ਕੇ ਆਪਣੇ ਸ਼ਿਵਰ ਦੇ ਵਿੱਚ ਬਿਰਾਜਮਾਨ ਹੋ ਗਏ ਸਤਿਗੁਰੂ। ਜਿਨ ਕੇ ਨਾਮ ਜਪੇ ਜਮ ਭਾਜੇ, ਜਿਸ ਗੁਰੂ ਸਾਹਿਬ ਜੀ ਦਾ ਨਾਮ ਲੈਣ ਮਾਤਰ ਦੇ ਨਾਲ ਹੀ ਜਮ ਭਾਗੇ, ਜਮ ਦੂਰੋਂ ਭੱਜ ਜਾਂਦੇ ਹਨ। ਦੇਸ ਦੁਆਬੇ ਮਾਝੇ ਸਾਰੇ, ਇਸ ਤਰ੍ਹਾਂ ਕੀ ਦੁਆਬਾ, ਕੀ ਮਾਝਾ, ਕੀ ਮਾਲਵਾ, ਸਾਰੇ ਪਾਸੇ ਹੀ ਸਤਿਗੁਰ ਕੋ ਜਸ ਕਰਤੇ ਉਚਾਰੇ। ਜਿੱਥੇ ਜਿੱਥੇ ਵੀ ਖਬਰਾਂ ਪਹੁੰਚ ਰਹੀਆਂ ਨੇ ਸਾਰੇ ਦੇਸ਼ਾਂ ਦੇ ਇਹ ਗੁਰਸਿੱਖ ਜਾਂ ਹੋਰ ਲੋਕ ਜਿਹੜੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜਸ ਉਚਾਰਨ ਕਰਦੇ ਹਨ। ਜਹ ਕਹਿ ਫੈਲਿਓ ਜੁਧ ਬਿਰਤਾਂਤ, ਬਸ ਇੰਜ ਕਹਿ ਲਓ ਵੀ ਦੁਨੀਆ ਵਿੱਚ ਜਿੱਥੇ ਕਿੱਥੇ ਵੀ ਕਿਤੇ ਗੱਲ ਚੱਲਦੀ ਹੈ, ਕਿਤੇ ਚਾਰ ਲੋਕ ਖੜ ਕੇ ਗੱਲਾਂ ਕਰਦੇ ਨੇ ਤਾਂ ਬਸ ਯੁੱਧ ਦੀਆਂ ਹੀ ਗੱਲਾਂ, ਯੁੱਧ ਦਾ ਬਿਰਤਾਂਤ ਹੀ ਚੱਲ ਰਿਹਾ ਹੁੰਦਾ ਹੈ। ਭਇਓ ਮਹਿਦ ਤੁਰ ਕਨ ਕੋ ਘਾਤ, ਤੇ ਨਾਲ ਇਹ ਵੀ ਗੱਲਾਂ ਚੱਲਦੀਆਂ ਨੇ ਕਿ ਇਸ ਤਰ੍ਹਾਂ ਹਰਗੋਬਿੰਦ ਪੂਰੇ ਭਾਰੀ ਜੰਗ ਹੋਇਆ ਜਿੱਥੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਹ ਜੰਗ ਤੁਰਕਾਂ ਨਾਲ ਕੀਤਾ ਹੈ। ਨਾਲ ਇਹ ਵੀ ਗੱਲ ਚੱਲਦੀ ਕਿ ਉਸ ਜੰਗ ਵਿੱਚ ਤੁਰਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਆਯੁਧ ਧਰਮੇ ਗੁਰ ਸਫਲਾਏ, ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਨੇ ਆਯੁਧ ਧਰਬੇ ਭਾਵ ਕੇ ਯੁੱਧ ਧਾਰਨ ਕਰਕੇ ਗੁਰ ਸਫਲ ਆਏ। ਗੁਰੂ ਸਾਹਿਬ ਪਾਤਸ਼ਾਹ ਜੀ ਨੇ ਇਹ ਜੰਗ ਲੜ ਕੇ ਸਫਲ ਕਰ ਦਿੱਤਾ। ਅਨਗਨ ਦੋਖੀ ਦੁਸ਼ਟ ਖਪਾਏ, ਤੇ ਅਨੇਕਾਂ ਦੋਖੀ ਦੁਸ਼ਟ ਜਿਹੜੇ ਹਨ ਉਹ ਹਜ਼ੂਰ ਪਾਤਸ਼ਾਹ ਜੀ ਨੇ ਖਪਾ ਮਾਰੇ ਹਨ। ਪ੍ਰਥਮ ਹੁਤੀ ਗੁਰ ਘਰ ਮਹਿ ਪੀਰੀ, ਤੇ ਆਪਸ ਵਿੱਚ ਲੋਕ ਗੱਲਾਂ ਕਰਦੇ ਨੇ ਕਿ ਪਹਿਲਾਂ ਤੇ ਗੁਰੂ ਘਰ ਦੇ ਵਿੱਚ ਸਿਰਫ ਪੀਰੀ ਸੀ, ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤੱਕ ਪੀਰੀ ਪ੍ਰਧਾਨ ਹੈ। ਤਾਂ ਹਜ਼ੂਰ ਪਾਤਸ਼ਾਹ ਜੀ ਦੇ ਪ੍ਰਥਾਏ ਗੱਲਾਂ ਕਰਦੇ ਪਹਿਲਾਂ ਗੁਰੂ ਘਰ ਵਿੱਚ ਪੀਰੀ ਹੀ ਰਹੀ ਹੈ। ਲਖੀ ਪਰਤ ਲੈ ਹੈ ਅਬ ਮੀਰੀ, ਪਰ ਹੁਣ ਇਹ ਗੱਲ ਪ੍ਰਤੱਖ ਵਿੱਚ ਲਖੀ ਭਾਵ ਕੇ ਜਾਣੀ ਜਾ ਰਹੀ ਹੈ ਪ੍ਰਤੱਖ ਰੂਪ ਦੇ ਵਿੱਚ, ਲਹਿ ਅਬ ਮੀਰੀ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਮੀਰੀ ਵੀ ਪ੍ਰਾਪਤ ਕਰਨਗੇ, ਭਾਵ ਤਖਤ ਰਚ ਦਿੱਤੇ ਨੇ। ਹੁਣ ਬਹੁਤ ਜਲਦੀ ਬਾਦਸ਼ਾਹੀਅਤ ਵੀ ਗੁਰੂ ਸਾਹਿਬ ਜੀ ਦੇ ਕੋਲ ਹੋਵੇਗੀ, ਭਾਵ ਪੀਰੀ ਪ੍ਰਧਾਨ ਹੈ ਗੁਰੂ ਘਰ ਦੇ ਅੰਦਰ। ਧਰਮ ਤੇ ਰਾਜਨੀਤੀ ਦੀ ਜਦੋਂ ਗੱਲ ਚੱਲਦੀ ਹੈ, ਧਰਮ ਉਤਾਂਹ ਹੈ, ਰਾਜਨੀਤੀ ਤਾਂ ਆ ਜਾਂਦੀ ਹੈ, ਪਰ ਰਾਜਨੀਤੀ ਹੈ ਜ਼ਰੂਰ ਹੈ। ਪਰ ਮਾਫ ਕਰਿਓ ਇੱਕ ਸ਼ਬਦ ਕਵਾਂ, ਰਾਜਨੀਤੀ ਸ਼ਬਦ ਜਿਹੜਾ ਹੈ ਉਹ ਸ਼ਬਦ ਦੀ ਵਿਆਖਿਆ ਵੀ ਕਦੀ ਸਹੀ ਨਹੀਂ ਹੁੰਦੀ ਕਿ ਰਾਜਨੀਤੀ ਵੀ ਧਰਮ ਦੀ ਰਾਜਨੀਤੀ ਹੋਵੇ ਤੇ ਉਹ ਪ੍ਰਧਾਨ ਉਹ ਭਲੀ ਹੈ, ਪਰ ਜਦੋਂ ਰਾਜਨੀਤੀ 'ਚੋਂ ਧਰਮ ਹਟ ਜਾਂਦਾ ਹੈ ਤਾਂ ਇੰਜ ਕਹਿ ਸਕਦੇ ਜਿਵੇਂ ਮਨੁੱਖ 'ਚੋਂ ਆਤਮਾ ਕੱਢ ਦਿਓ ਉਹ ਫਿਰ ਮੁਰਦਾ ਰਹਿ ਜਾਂਦਾ। ਜਦੋਂ ਰਾਜਨੀਤੀ 'ਚੋਂ ਧਰਮ ਨਿਕਲ ਜਾਏ ਰਾਜਨੀਤੀ ਵੀ ਮੁਰਦਾ ਹੋ ਜਾਂਦੀ ਹੈ। ਸੋ ਖੈਰ ਗੁਰੂ ਸਾਹਿਬ ਜੀ ਦੇ ਸਮੇਂ ਜਗਤੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇਹ ਰਾਜਨੀਤੀਆਂ ਜਦੋਂ ਸੰਸਾਰ ਦੀਆਂ ਵੇਖਦੇ ਸੀ ਧਰਮ ਦੀਆਂ ਰਾਜਨੀਤੀਆਂ ਸੀ। ਸੋ ਖੈਰ ਇੰਜ ਆਪਸ ਵਿੱਚ ਗੱਲਾਂ ਕਰਦੇ ਨੇ ਗੁਰਸਿੱਖ ਕਿ ਪਹਿਲਾਂ ਪੀਰੀ ਹੀ ਇਕੱਲੀ ਸੀ, ਹੁਣ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਨੂੰ ਵੀ ਲੈ ਆਵਣਗੇ। ਪਤ ਸਾਹਤ ਕੋ ਗਰਦ ਮਿਲਾਵੇ, ਤੇ ਬਹੁਤ ਜਲਦੀ ਇਹਨਾਂ ਪਤ ਸਾਹਤ ਇਹਨਾਂ ਬਾਦਸ਼ਾਹਾਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਮਿੱਟੀ ਵਿੱਚ ਮਿਲਾ ਦੇਵਣਗੇ। ਨਿਜ ਸਿੱਖਨ ਤੇ ਰਾਜ ਕਰਾਵੇ, ਤੇ ਇੰਜ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਆਪਣੇ ਸਿੱਖਾਂ ਤੋਂ ਰਾਜ ਕਰਵਾਉਣਗੇ। ਤੇ ਵਾਕਿਆ ਹੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵੀ ਸਿੱਖਾਂ ਨੂੰ ਰਾਜ ਭਾਗ ਬਖਸ਼ਿਸ਼ ਕੀਤੇ। ਅੱਜ ਵੀ ਬੜੇ ਬੜੇ ਰਾਜੇ ਜਿਹੜੇ ਨੇ ਭਾਵ ਨੇਤਾ ਲੋਕ ਜਿਨ੍ਹਾਂ ਦੇ ਉਸ ਦਿਨ ਵੀ ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਜ਼ਿਕਰ ਕਰ ਰਹੇ ਸੀ,
बड़े बड़े नेता जिहड़े गुरु घर दे विचों वडियाइयां, जिन्हां दे बजुर्ग, जिन्हां दीयां पीढ़ियां अगां दी अगां गुरु साहिब जी दे समय तो वर प्राप्त कीते, जिन्हां ने गुरु कीआं सीसां लैके बड़े बड़े वड्डे राज भाग प्राप्त कीते। सो ये सारे जिहड़े हन गुरु हरगोबिंद महाराज जी ने भी वर दिते, इन्हां नूं राज भाग प्राप्त होया। तो धन गुरु गोबिंद सिंह महाराज जी ने फिर जदों ये शब्द कहा, इन गरीब सिखन को दहों पातशाही, साडे वर्गे गरीब गुर सिखां नूं सतगुरु पातशाह जी ने संसार ते मान सन्मान बख्शिश कीते। सो इंज हजूर पातशाह जी दे परथाए सिख गल्लां करदे ने कि समा दूर नहीं जदों धन गुरु हरगोबिंद महाराज इन्हां बादशाहां नूं मिट्टी विच मिला देणगे, इन्हां दे राज भाग, इन्हां दे किले, इन्हां दीयां बादशाहियां अपने गुरसिखां नूं दे देवणगे। इम जे कर नित रखह लड़ाई, कहंदे जे इंज नित रखह लड़ाई, जे इंज किते गुरु हरगोबिंद महाराज जी इन्हां नाल लड़दे रहे, पर ये मैं जिक्र करदा गुरु साहिब इन्हां नाल नहीं लड़दे, ये आके गुरु साहिब नाल लड़दे ने ते गुरु साहिब सिर्फ अगों जवाब देंदे ने। गुरु साहिब ने कदी भी ना, गुरु के सिखां ने अज भी गुरसिੱਖੀ ਦਾ असूल है कि पहला नहीं कदी किसी ते चढ़ाई की ना वार किया। सो इस तरह जो भी लड़दा है उन्होंने जवाब जरूर दिता गया। तो सिख गल्लां करदे जी इंज ये लोग रोज़ गुरु साहिब उत्ते आके चढ़ाई करते रहे, गुरु साहिब नाल लड़ते रहे, ये जंग जे इसे तरह ही जारी रहे तो सब तुर कानो देह खपाई। फिर इंज एक अंदाजा लगता है जे जंग इंज ही चलते रहे भी इस जंग 14,000 तुर्क मारिया गया, जे रोज़ इस तरह ही जंग करते रहे तो इस धरती के उत्ते बड़ी जल्दी तुर्क जिहड़े वो सारे खत्म हो जावणगे, उन्हां दा नामो निशान तक मिट जाएगा। सज्जन सुन सुन आनंद तरंते। ये गुरु कीआं बातां जिहड़ियां ने ना किते भी किसी पिंड शहर विच जदों चलदियां ने, जिहड़े सज्जन ने गुरु नाल प्यार करन वाले, प्रेम करन वाले, वो तो जदों गुरु कीआं बातां कथा कहानियां सुनते ने वो तो बड़ा आनंद प्राप्त करते, खुश होंदे हन। दुर्जन जरह नारी दे जरंते। जिहड़े खोटे मनुख हन वो जदों गुरु की वडियाई सुनते ने ना वो जरे, वो सड़ बल जाते ने, नारी दे जरंते। तो उन्हां तो गुरु की वडियाई जिहड़ी अपने हिरदे च सहन नहीं हुंदी, सड़ बल जाते, ईरखा वस पए। पूरब दक्षिण पश्चिम उत्तर। इस तरह किसी एक दिशा की कवि साहब जी कहते की गल करिए, पूरब होवे, पश्चिम होवे, उत्तर होवे, दखण होवे, फैलियो जह कह सो जस पवित्र। इंज कह लो सतगुरां दा पवित्र निर्मल श्रेष्ठ जस जिहड़ा है फैलियो जह कह, कोने कोने दे विच इस मुल्क दे दुनिया दे गुरु हरगोबिंद महाराज जी का श्रेष्ठ जस फैल गया। धन धन श्री सतगुर पूरन। इंज सतगुरु गुरु हरगोबिंद महाराज जी पूर्ण सतगुरु धन हन, धन हन, धन हन। इंज जिथे भी कोई गुरसिख गुरु की दास्तां सुनदा है, इस जंग के बिरतांत नूं सुनदा है, तो जिथे गुरु की वडियाई करदा है उत्थे नाल धन 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 गुरु हरगोबिंद महाराज साहिब जी। इंज सारे गुरसिख कहते हन जोधा महद बली अर चूरन। की कहते ने गुरु हरगोबिंद महाराज जी जोधा हन, बड़ जोधा बहु पारे उपकारी। भाई गुरदास साहिब जी ने जदों कहा तो इस तरह सारे गुरसिख कहते ने जोधा बली अर चूरन। महान बली हन गुरु हरगोबिंद महाराज जी अते अर चूरन भाव के दुश्मनां नूं, इन्हां दोखियां नूं चूरन, इन्हां नूं नाश करन वाले हन, इन्हां दीयां जड़ां पुट देण वाले हन, इन्हां हंकारियां नूं जड़ तो खत्म कर देण वाले हन, इन्हां वड्डे वड्डे बादशाह जरनैलां दे नाल अड़ के इन्हां दा मुकाबला करन वाले धन गुरु गुरु हरगोबिंद महाराज जी हन। निज सारा जहान सारे गुरसिख गुरु नूं प्यार करन वाले गुरु हरगोबिंद महाराज जी दी जय जयकार ते सतगुरु पातशाह जी नूं धन 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 कहिंदे हन। सो इत्थे प्रसंग समाप्त है। सो यही बेनती, ये सतगुरु पातशाह जी का जो भारी जंग का इतिहास आपां कई दिनों तो सरवण कर रहे सी। हजूर पातशाह जी की जित हुई तो दातार पातशाह जी ने फिर जित तो बाद अकाल पुरख परिपूर्ण परमेश्वर का शुकराना किया। तो अगां आपां सरवण करांगे फिर सोहना किला सोहना नगर वसाया सतगुरु पातशाह जी ने, जिस दे विच बड़े बड़े वड्डे कारीगर लगणगे, जिस दे विच मसंदां नूं हुक्म किया जाएगा ये सारा कारज जिहड़ा ये करवाउणा शुरू करो। फिर मसंद लगणगे, सारा कारज करवाउणगे। कई गुरसिख इस कारज विच सहाई होणगे, हत्थ वटाउणगे।
ਸੋ ਇਹੀ ਸਾਰੇ ਕਾਰਜ ਪਹਿਲਾਂ ਵੀ ਚੱਲਦੇ ਸੀ, ਅੱਜ ਵੀ ਗੁਰੂ ਘਰਾਂ 'ਚੋਂ ਚੱਲਦੇ ਨੇ। ਤੇ ਮੈਂ ਵਿੱਚ ਬੇਨਤੀ ਕੀਤੀ ਇਸੇ ਤਰ੍ਹਾਂ ਅੱਜ ਵੀ ਗੁਰਸਿੱਖ ਸਹਾਈ ਹੋਣ, ਗੁਰੂ ਸਹਾਈ ਹੋਵੇ, ਗੁਰਸਿੱਖ ਇੱਕ ਦੂਜੇ ਦੇ ਨਾਲ ਮੋਢਾ ਲਾ ਕੇ ਇਹਨਾਂ ਕਾਰਜਾਂ ਵਿੱਚ ਤੁਰੀਏ, ਤਾਂ ਕਿ ਇਹ ਮਾਨਵਤਾ ਦੇ ਇਹ ਭਲੇ ਵਾਸਤੇ ਜੋ ਗੁਰੂ ਘਰ ਵਿੱਚੋਂ ਕਿਤੇ ਲੰਗਰ, ਕਿਤੇ ਆਕਸੀਜਨ, ਕਿਤੇ ਲੋੜਵੰਦਾਂ ਦੀਆਂ ਲੋੜਾਂ ਪੂਰਤੀ ਦੇ ਕਾਰਜ ਹੁੰਦੇ ਨੇ, ਉਹਨਾਂ ਕਾਰਜਾਂ ਵਿੱਚ ਦਸਵੰਧ ਭੇਟ ਕਰਕੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੀਏ। ਸੋ ਇਸ ਪ੍ਰਸੰਗ ਦੇ ਤਹਿਤ ਭਾਵੇਂ ਇਤਿਹਾਸ ਬਹੁਤ ਸਦੀਆਂ ਪਹਿਲਾਂ ਵਰਤਿਆ, ਪਰ ਅੱਜ ਦੇ ਸਮੇਂ 'ਚ ਕਹਿ ਸਕੀਏ ਇਸ ਪ੍ਰਸੰਗ ਦੇ ਤਹਿਤ ਜੋ ਲੜੀ ਚੱਲੀ, ਤਾਂ ਇੰਝ ਕਹਿ ਸਕਦੇ ਭਾਵਨਾ ਦੇ ਤਹਿਤ ਗੁਰੂ ਹਰਗੋਬਿੰਦ ਮਹਾਰਾਜ ਜੀ ਇਹ ਜੰਗ ਜਿੱਤੇ। ਅੱਜ ਇਹ ਜੰਗ ਜਿਹੜਾ ਸਮਾਪਤ ਹੋਇਆ, ਇੰਝ ਪ੍ਰਸੰਗ ਦੇ ਤਹਿਤ ਮੈਂ ਜ਼ਿਕਰ ਕਰਦਾ। ਕੱਲ੍ਹ ਨੂੰ ਕੋਈ ਤਰੀਕ ਵਾਈਜ਼ ਕਹਿ ਦੇ ਵੀ ਅੱਜ ਤਾਂ ਇਹ ਜੰਗ ਹੋਇਆ ਹੀ ਨਹੀਂ ਸੀ, ਪ੍ਰਸੰਗ ਦੀ ਲੜੀ ਦੇ ਤਹਿਤ ਕਹਿ ਰਿਹਾ ਅੱਜ ਇਹ ਜੰਗ ਸਮਾਪਤ ਹੋਇਆ। ਬੇਅੰਤ ਗੁਰਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅੱਜ ਇੱਕ ਹੋਰ ਭਾਰੀ ਜੰਗ ਜਿਹੜਾ ਫਿਰ ਉਹ ਸ਼ੁਰੂ ਹੋ ਗਿਆ। ਉਹ ਮੇਰਾ ਕਹਿਣ ਦਾ ਭਾਵ ਅੱਜ 1 ਜੂਨ ਹੈ, ਅਤੇ ਆਪ ਸਾਰੇ ਹੀ ਉਸ ਜੰਗ ਤੋਂ ਜਿਹੜੇ ਬਜ਼ੁਰਗ ਬੈਠੇ ਹੋ, ਤੁਸੀਂ ਤੇ ਤਨ 'ਤੇ ਹੰਢਾਇਆ ਹੋਇਆ ਹੋ। ਅਸੀਂ ਤੇ ਚਲੋ ਸ਼ਾਇਦ ਉਦੋਂ ਇਸ ਧਰਤੀ 'ਤੇ ਆਏ ਵੀ ਨਹੀਂ ਸੀਗੇ। ਬੜੇ ਸਰੀਰਾਂ ਨੇ ਉਹ ਤਸ਼ੱਦਦ, ਉਹ ਤਸੀਹੇ, ਉਹ ਸਾਕੇ ਆਪਣੀਆਂ ਅੱਖਾਂ ਨਾਲ ਵੇਖੇ, ਆਪਣੇ ਸਾਹਮਣੇ ਬਹੁਤ ਕੁਝ ਉਹਨਾਂ ਅੱਖਾਂ ਨਾਲ ਨਿਹਾਰਿਆ, ਜੋ ਕਹਿਣ ਕਥਨ ਲੱਗਿਆਂ ਵੀ ਹਿਰਦਾ ਭਰ ਆਉਂਦਾ, ਰੁੱਗ ਭਰ ਆਉਂਦਾ। ਕਿਸ ਤਰ੍ਹਾਂ ਧੀਆਂ ਬੱਚੀਆਂ ਨੂੰ ਬੇਪੱਤ ਕੀਤਾ ਗਿਆ, ਗੁਰਸਿੱਖਾਂ ਨੂੰ ਕਿਸ ਤਰ੍ਹਾਂ ਸੜਕਾਂ ਦੇ ਉੱਤੇ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ। ਸੋ ਸਾਰਾ ਸਾਕਾ ਵੀ ਜਦੋਂ ਅਗਾਂਹ ਚੱਲ ਕੇ ਵਰਤਦਾ ਹੈ, ਪਰ ਅੱਜ 1 ਜੂਨ ਤੋਂ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਦਰਬਾਰ ਸਾਹਿਬ 'ਤੇ ਹਮਲੇ ਦਾ ਸਾਕਾ ਪ੍ਰਾਰੰਭ ਹੋ ਜਾਂਦਾ ਹੈ। ਇੰਝ ਕਹਿ ਲਈਏ ਇੱਕ ਜੰਗ ਅੱਜ ਸਮਾਪਤ ਹੋ ਗਿਆ, ਅਗਲਾ ਸ਼ੁਰੂ ਹੋ ਗਿਆ। ਅਤੇ ਬੇਨਤੀ ਇਹ ਕਰਾਂ, ਉਸ ਜੰਗ ਵਿੱਚ ਵੀ ਬੇਅੰਤ ਗੁਰਸਿੱਖ ਸ਼ਹੀਦ ਹੋਏ, ਅਤੇ ਇਸ ਜੰਗ ਦੇ ਵਿੱਚ ਵੀ ਬੇਅੰਤ ਗੁਰਸਿੱਖ ਸ਼ਹੀਦ ਹੋਏ। ਆਪਾਂ ਹੁਣ ਜਿੰਨਾ ਕੁ ਸਮਾਂ ਬਚਦਾ ਹੈ, ਇਹਨਾਂ ਜਿੰਨੇ ਵੀ ਗੁਰੂ ਕੇ ਸਿੰਘ ਸਿੰਘਣੀਆਂ, ਗੁਰੂ ਕੇ ਸਿੱਖ ਬੱਚੇ ਬਜ਼ੁਰਗ ਸ਼ਹੀਦ ਹੋਏ ਨੇ, ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ। ਭਾਵੇਂ ਉਹ ਹਰਗੋਬਿੰਦਪੁਰੇ ਦਾ ਜੰਗ ਹੈ, ਤਾਂ ਭਾਵੇਂ ਉਹ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਮਲੇ ਦਾ ਜੰਗ ਹੈ। ਆਓ ਉਹਨਾਂ ਦੀ ਯਾਦ ਅੰਦਰ ਕੁਝ ਸਮਾਂ ਜੁੜੀਏ, ਅਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਤਰਲਾ ਅਰਦਾਸ ਕਰਦੇ ਆਖੋ ਜੀ, ਵਾਹਿਗੁਰੂ 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 ਪੂਰਬ ਦੱਛਨ ਪੱਛਮ ਉੱਤਰ ਫੈਲਿਓ ਜਹ ਕੈ ਸੁਜਸ ਪਵਿੱਤਰ ਧੰਨ ਧੰਨ ਸ੍ਰੀ ਸਤਿਗੁਰ ਪੂਰਨ ਜੋਧਾ ਮਹਦ ਬਲੀ ਅਰ ਚੂਰਨ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।